बंगाल समेत ਜਿਹੜੇ ਰਾਜਾਂ 'ਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਹਨਾਂ ਚੋਣਾਂ 'ਚ ਭਾਜਪਾ ਦੇ ਖਿਲਾਫ ਵੋਟਾਂ ਮੰਗੀਆਂ ਜਾਣਗੀਆਂ ਕਿਉਂਕਿ ਭਾਜਪਾ ਜਾਨੀ ਸਰਕਾਰੀ ਧਿਰ ਨੂੰ ਇੱਕੋ ਹੀ ਬੋਲੀ ਸਮਝ ਆਉਂਦੀ ਹੈ ਸੱਤਾ ਵੋਟਾਂ ਤੇ ਰਾਜਸੀ ਕੁਰਸੀ ਤੇ ਇਹੋ ਬੋਲੀ 'ਚ ਕਹਿੰਦੇ ਉਹਨਾਂ ਨੂੰ ਫਿਰ ਇਹ ਲੜਾਈ ਸਮਝਾਈ ਜਾਏਗੀ। ਅਸਲ 'ਚ ਜਿਹੜੀਆਂ ਵੋਟਾਂ ਭਾਜਪਾ ਦੇ ਖਿਲਾਫ ਨੇ ਉਹ ਭਾਜਪਾ ਦੇ ਖਿਲਾਫ ਹੀ ਪੈਣੀਆਂ ਨੇ और भाजपा दुनिया का एक सब तो बड़ा राजनीतिक दल है। इस समय 14 करोड़ मैंबर है साडे और ये 135 करोड़ तो भी ज़्यादा आबादी का मुल्क हो गया। तो इत्थे कोई कित्थे अंदोलन चल रहा की हो रहा उसका कोई बहुता सत्ता के उपर फर्क नहीं पैंदा। 7-7 घंटे बैठ के 11 मीटिंगां साडे 3-3 मिनिस्टरां ने सारा कुछ सुन लिया, सारियां गल्लां एड्रैस करतियां ते उहदे च कोई गल भी कोई खदशा बाकी नहीं सी बचा। पर यह अंदोलन जिहड़ा हैगा किसान हित च नहीं चल रहा। इस वेले किसान अंदोलन नहीं असीं कह सकते और किसान कदे इदां दीयां गल्लां भी नहीं करदा। ते जिहड़ियां तुसीं 11 मीटिंगां दी गल करदे हो उन्हां 11 मीटिंगां दे विच ਜਿਹੜੇ ਉਹ ਚੱਲਦੀਆਂ ਮੀਟਿੰਗਾਂ 'ਚ ਤੁਸੀਂ ਸਾਡੇ ਤੋਂ ਮੰਗਿਆ ਖਾਲੀ ਡੱਬਾ ਭਈ ਲਾਲ ਪੈਨ ਲੈ ਲਓ, ਨੀਲਾ ਲੈ ਲਓ, ਕਾਲਾ ਲੈ ਲਓ, ਜੋ ਮਰਜ਼ੀ ਇਹ 'ਚ ਸੰਸ਼ੋਧਨ ਕਰਾ ਲਓ ਤੇ ਸਾਨੂੰ ਖਾਲੀ ਡੱਬਾ ਦੇ ਦਿਓ। ਜੇਕਰ ਇਹ ਕਾਨੂੰਨ ਕਿਸਾਨ ਦੇ ਹਿੱਤ ਵਿੱਚ ਸਨ ਤੇ ਤੁਸੀਂ ਇਹ 'ਚ ਸੰਸ਼ੋਧਨ ਦੀ ਪਹਿਲਾਂ ਤਾਂ ਕਹਿੰਦੇ ਸੋ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ, ਸਾਨੂੰ ਇੱਕ ਬੰਨੇ ਤੁਸੀਂ ਕਿਸਾਨ ਨਹੀਂ ਮੰਨਦੇ, ਇੱਕ ਬੰਨੇ ਕਹਿੰਦੇ ਜੇ ਵੀ ਖਾਲੀ ਡੱਬਾ ਦੇ ਦਿਓ, ਫਿਰ ਤੁਸੀਂ ਕਹਿੰਦੇ ਜੇ ਵੀ ਇਹ ਕਿਸਾਨਾਂ ਦਾ ਉੱਥੇ ਜਾਣਾ ਕੋਈ ਫਰਕ ਨਹੀਂ ਪੈਣਾ, ਇਹ ਕਿਸਾਨ ਹੀ ਨਹੀਂ। ਜੇ ਕਿਸਾਨ ਨਹੀਂ ਤੇ ਮੈਂ ਪੁੱਛਣਾ ਚਾਹੁੰਦਾ ਗਰੇਵਾਲ ਤੋਂ ਤੇ ਗਰੇਵਾਲ ਸਾਹਿਬ ਇੱਕ ਗੱਲ ਤਾਂ ਦੱਸ ਦਿਓ ਵੀ ਇਹ ਲੋਕ ਬੈਠੇ ਕੌਣ ਨੇ? ਆ ਤੁਸੀਂ ਸਾਡੇ ਸਾਹਮਣੇ ਕਿੱਲ ਕਿਉਂ ਗੱਡੇ, ਕੰਕਰੀਟ ਦੀਆਂ ਕੰਧਾਂ ਕਿਉਂ ਜਿਹੜੀਆਂ ਨੇ ਉਹ ਕੀਤੀਆਂ? ਇਹ ਤੁਸੀਂ 15-15 ਫੁੱਟ ਦੀਆਂ ਜਿਹੜੀਆਂ ਡੂੰਘੀਆਂ ਖਾਈਆਂ ਕਦੀ ਸਰਕਾਰਾਂ ਨੇ ਅੱਜ ਤੱਕ ਇਸ ਤਰ੍ਹਾਂ ਕੀਤਾ ਕਿ ਉਹ ਸੜਕਾਂ 'ਚ ਕਿੱਲ ਗੱਡਣ, ਉਹ ਸੜਕਾਂ 'ਚ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਉਹ ਕੱਢਣ। मैं ये गल पूछना चाहना वा गरेवाल साहब कोलों कि जिहड़ी बीजेपी उन्होंने शुरू तो अंदोलन जीवी जां खालिस्तानी जां साडे जिहड़े किसानां नूं ਵੱਖ-ਵੱਖ तरह के बदनाम करने वाले नाम दिते ने। मैं नहीं समझदा कि जे तुसीं एक गल दसो कि जे साडे किसानां नूं जिहड़े ये बिल पसंद नहीं गे, जे उन्हां दे हक विच उन्हां नूं नहीं लगदे ते जे तुसीं किसान दे हितां दी गल करदे हो कि बीजेपी हमेशा किसान हितां दी गल करदी ते किसानां दे जिहड़े साडे जदों किसान जथेबंदियां 11 वार गईयां ने ते उन्हां नूं रद्द कर देण जे साडे किसानां नूं नहीं पसंद गा। भाजपा दीयां सरकारां वैस्ट बंगाल और आसाम के अंदर भारी बहुमत नाल बननियां ने, पौंडीचेरी च भी बननियां ने। अज ऑन रिकॉर्ड कह रहे हैं और कदी तुसी सानू खालिस्तानी क्या, कदी पाकिस्तानी क्या, कदी चाइना दे क्या, अजे तक सानू तुसी किसान नहीं मन्निया। ते जे किसान नहीं ते साडे नाल 11 मीटिंगां किस गल दियां कीतियां? ਸਾਨੂੰ ਅੱਜ ਹੀ ਪਤਾ ਲੱਗਿਆ ਐਮਸੀਡੀ ਦਾ ਰਿਜ਼ਲਟ ਆਇਆ। 5 ਬਾਈ ਇਲੈਕਸ਼ਨ ਦੀਆਂ ਸੀਗੀਆਂ ਚੋਣਾਂ ਦਿੱਲੀ ਦੇ ਵਿੱਚ ਤੇ 4 ਜਗ੍ਹਾ ਤੇ ਆਮ ਆਦਮੀ ਪਾਰਟੀ ਤੇ ਇੱਕ ਜਗ੍ਹਾ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਤੇ ਬੀਜੇਪੀ ਨੇੜੇ ਤੇੜੇ ਵੀ ਨਹੀਂ ਰਹੀ ਜਿੱਥੇ ਦਿੱਲੀ ਦੇ ਵਿੱਚ। ਜਾਣਬੁੱਝ ਕੇ ਅੰਦੋਲਨ ਵਧਾਉਣਾ ਚਾਹੁੰਦੇ ਆ ਔਰ ਇਹ ਮੋਦੀ ਜੀ ਦਾ ਚਿਹਰਾ ਤੇ ਸਰਕਾਰ ਦੀ ਦਿੱਖ ਖਰਾਬ ਕਰਨ ਦੀ ਇੱਕ ਸਾਜ਼ਿਸ਼ ਹੈਗੀ ਆ। ਬਾਕੀ ਕਿਸਾਨ ਦਾ ਹਿੱਤ ਨਹੀਂ ਪੂਰਾ ਕਰ ਰਹੇ। ਉਹ ਕਿਸਾਨ ਤਾਂ ਭੋਲੇ ਭਾਲੇ ਜਿਹੜੇ ਸੜਕਾਂ ਤੇ ਬਿਠਾਏ ਆ ਉਹਨਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਰਿਹਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਵਿਚਕਾਰ ਟਕਰਾਅ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਦਰਸ਼ਕ ਭਲੀ ਭਾਂਤ ਜਾਣਦੇ ਆ ਕਿ 26 ਜਨਵਰੀ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਆਲੇ ਦੁਆਲੇ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਵੱਡੇ ਵੱਡੇ ਕਿੱਲ ਗੱਡੇ ਗਏ, ਤਾਰਾਂ ਲਾਈਆਂ ਗਈਆਂ, ਉਸ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਐਲਾਨ ਕੀਤਾ ਹੈ, ਉਹਨਾਂ ਦਾ ਕਹਿਣਾ ਕਿ ਜਿਹੜੇ ਰਾਜਾਂ 'ਚ ਚੋਣਾਂ ਹੋ ਰਹੀਆਂ ਉੱਥੇ ਭਾਜਪਾ ਨੂੰ ਸਦਾ ਤੋਂ ਲਾਂਭੇ ਕਰਨ ਦੇ ਲਈ ਰਾਜਸੀ ਕਿੱਲ ਗੱਡੇ ਜਾਣਗੇ। ਮੈਂ ਪੱਤਰਕਾਰ ਹਾਂ, ਕਿਸਾਨ ਇੰਨੇ ਤੇਜ਼ ਹੋਣਗੇ ਸੋਚਿਆ ਨਹੀਂ ਜਾ ਸਕਦਾ। ਭਾਜਪਾ ਦੇ ਖਿਲਾਫ ਜਿਹੜੇ ਕਿੱਲ ਗੱਡੇ ਗਏ ਹੈ ਉਹਦੀ ਚੁਭਨ ਕੇਵਲ ਭਾਜਪਾ ਨੂੰ ਹੈ ਤੇ ਨਜ਼ਰ ਵੀ ਭਾਜਪਾ ਨੂੰ ਆ ਰਿਹਾ ਹੈ। ਮੇਰੀ ਕਹਿਣ ਤੋਂ ਮੁਰਾਦ ਹੈ ਕਿ ਇਹਨਾਂ ਰਾਜਾਂ 'ਚ ਕਿਸਾਨ ਆਗੂਆਂ ਵੱਲੋਂ ਭਾਜਪਾ ਵਿਰੁੱਧ ਜਿਹੜੇ ਵੋਟ ਹੈ ਉਹ ਮੰਗੇ ਜਾਣਗੇ। ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਹੈ, ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਦੀ ਪੂਰੀ ਤਰ੍ਹਾਂ ਖੜੋਤ ਆਈ ਹੋਈ ਹੈ। ਆਪਾਂ ਕਹਿ ਸਕਦੇ ਹਾਂ
ਕਿ ਦੋਨਾਂ ਧਿਰਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਣ ਲੱਗਿਆ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਸਾਡੇ ਜਿਹੜੇ ਸੰਜੀਦਾ ਮਹਿਮਾਨ ਇਸ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੈ। ਦਿੱਲੀ ਦੇ ਬਾਰਡਰ ਤੋਂ ਸੀਨੀਅਰ ਕਿਸਾਨ ਨੇਤਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਜੀ ਨੇ, ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਾਂ ਹਨ ਨਹੀਂ, ਪਰ ਲਗਾਤਾਰ ਕਿਸਾਨੀ ਸੰਘਰਸ਼ ਨਾਲ ਨੇੜਤਾ ਰੱਖਣ ਵਾਲੇ ਭਾਜਪਾ ਦੇ ਨੇਤਾ ਹਰਜੀਤ ਸਿੰਘ ਗਰੇਵਾਲ, ਇੱਦਾਂ ਹੀ ਪੰਜਾਬ 'ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਉਸ ਦੇ ਬੁਲਾਰੇ ਨੌਜਵਾਨ ਬੁਲਾਰੇ ਸ਼ਮਿੰਦਰ ਖੰਨਾ ਜੀ। ਇਨ੍ਹਾਂ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਗਰੇਵਾਲ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਹਾਂਜੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਬੰਗਾਲ ਸਮੇਤ ਜਿਹੜੇ ਰਾਜਾਂ 'ਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ, ਉਹਨਾਂ ਚੋਣਾਂ 'ਚ ਭਾਜਪਾ ਦੇ ਖਿਲਾਫ ਵੋਟਾਂ ਮੰਗੀਆਂ ਜਾਣਗੀਆਂ, ਕਿਉਂਕਿ ਭਾਜਪਾ ਜਾਨੀ ਸਰਕਾਰੀ ਧਿਰ ਨੂੰ ਇੱਕੋ ਹੀ ਬੋਲੀ ਸਮਝ ਆਉਂਦੀ ਹੈ, ਸੱਤਾ, ਵੋਟਾਂ ਤੇ ਰਾਜਸੀ ਕੁਰਸੀ, ਤੇ ਇਹੋ ਬੋਲੀ 'ਚ ਕਹਿੰਦੇ ਉਹਨਾਂ ਨੂੰ ਫਿਰ ਇਹ ਲੜਾਈ ਸਮਝਾਈ ਜਾਏਗੀ। ਕਿਵੇਂ ਦੇਖਦੇ ਹੋ ਇਹ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਨਵਾਂ ਦੌਰ ਸ਼ੁਰੂ ਹੋਣ ਲੱਗਿਆ ਗਰੇਵਾਲ ਜੀ? ਇਸ ਤਰ੍ਹਾਂ ਪਹਿਲੀ ਗੱਲ ਤਾਂ ਬੰਗਾਲ ਔਰ ਅਸਾਮ ਦੇ ਅੰਦਰ ਜਾਂ ਤਾਮਿਲਨਾਡੂ ਦੇ ਅੰਦਰ ਜਾਂ ਪੌਂਡੀਚੇਰੀ ਦੇ ਅੰਦਰ ਭਾਜਪਾ ਦਾ ਵਿਰੋਧ ਕਰਨ ਨਾਲ ਕੋਈ ਕਿਸਾਨ ਦਾ ਹਿੱਤ ਤਾਂ ਹੋਣ ਨਹੀਂ ਲੱਗਿਆ। ਇਹ ਤਾਂ ਜਗਤਾਰ ਜੀ ਪੂਰੀ ਦੁਨੀਆ ਸਮਝਦੀ ਹੈ। ਅਸਲ 'ਚ ਜਿਹੜੀਆਂ ਵੋਟਾਂ ਭਾਜਪਾ ਦੇ ਖਿਲਾਫ ਨੇ ਉਹ ਭਾਜਪਾ ਦੇ ਖਿਲਾਫ ਹੀ ਪੈਣੀਆਂ ਨੇ। ਔਰ ਭਾਜਪਾ ਦੁਨੀਆ ਦਾ ਇੱਕ ਸਭ ਤੋਂ ਬੜਾ ਰਾਜਨੀਤਿਕ ਦਲ ਹੈ। ਇਸ ਸਮੇਂ 14 ਕਰੋੜ ਮੈਂਬਰ ਹੈ ਸਾਡੇ, ਔਰ ਇਹ 135 ਕਰੋੜ ਤੋਂ ਵੀ ਜ਼ਿਆਦਾ ਆਬਾਦੀ ਦਾ ਮੁਲਕ ਹੋ ਗਿਆ। ਤੇ ਇੱਥੇ ਕੋਈ ਕਿੱਥੇ ਅੰਦੋਲਨ ਚੱਲ ਰਿਹਾ, ਕੀ ਹੋ ਰਿਹਾ, ਉਹਦਾ ਕੋਈ ਬਹੁਤਾ ਸੱਤਾ ਦੇ ਉੱਪਰ ਫਰਕ ਨਹੀਂ ਪੈਂਦਾ। ਔਰ ਮੈਂ ਇਹ ਦਾਅਵੇ ਨਾਲ ਅੱਜ ਵੀ ਤੁਹਾਨੂੰ ਕਹਿ ਰਿਹਾ ਕਿ ਅਸੀਂ ਕਿਸਾਨ ਦੀ ਗੱਲ ਤਾਂ ਜੇ ਕਿਸਾਨ ਕੋਈ ਨਵੀਂ ਪ੍ਰਪੋਜ਼ਲ ਦਿੰਦੇ ਆ ਤੇ ਕੱਲ ਹੀ ਗੱਲ ਕਰਨ ਨੂੰ ਸਰਕਾਰ ਤਿਆਰ ਆ। ਅੱਜ ਪ੍ਰਪੋਜ਼ਲ ਦੇਣ, 7-7 ਘੰਟੇ ਬੈਠ ਕੇ 11 ਮੀਟਿੰਗਾਂ ਸਾਡੇ 3-3 ਮਿਨਿਸਟਰਾਂ ਨੇ ਸਾਰਾ ਕੁਝ ਸੁਣ ਲਿਆ, ਸਾਰੀਆਂ ਗੱਲਾਂ ਐਡਰੈਸ ਕਰਤੀਆਂ ਤੇ ਉਹਦੇ 'ਚ ਕੋਈ ਗੱਲ ਵੀ, ਕੋਈ ਖਦਸ਼ਾ ਬਾਕੀ ਨਹੀਂ ਸੀ ਬਚਿਆ। ਪਰ ਇਹ ਅੰਦੋਲਨ ਜਿਹੜਾ ਹੈਗਾ ਇਹ ਕਿਸਾਨ ਹਿੱਤ 'ਚ ਨਹੀਂ ਚੱਲ ਰਿਹਾ ਇਸ ਵੇਲੇ। ਕਿਸਾਨ ਅੰਦੋਲਨ ਨਹੀਂ ਅਸੀਂ ਕਹਿ ਸਕਦੇ, ਔਰ ਕਿਸਾਨ ਕਦੇ ਇੱਦਾਂ ਦੀਆਂ ਗੱਲਾਂ ਵੀ ਨਹੀਂ ਕਰਦਾ। ਇਹ ਅੰਦੋਲਨ ਤਾਂ ਉਹਨਾਂ ਪੋਲੀਟੀਕਲ ਪਾਰਟੀਆਂ ਦਾ ਜਿਹੜੀਆਂ ਕਿਸਾਨ ਦੇ ਮੋਢੇ ਤੇ ਰੱਖ ਕੇ ਆਪਣੇ ਹਿੱਤ ਸਾਧਣੇ ਚਾਹੁੰਦੀਆਂ ਨੇ, ਔਰ ਉਹ ਵੈਸੇ ਕੁਛ ਨਹੀਂ ਕਰ ਪਾ ਰਹੀਆਂ ਸੀ। ਔਰ ਦੂਸਰੇ ਪਾਸੇ ਕਿਸਾਨਾਂ ਦੇ ਅੰਦਰ ਵੀ ਅਲੱਗ-ਅਲੱਗ ਵਿਚਾਰਧਾਰਕ ਜਥੇਬੰਦੀਆਂ ਨੇ। ਉਹਦੇ 'ਚੋਂ ਜਿਹੜੇ ਕਮਿਊਨਿਸਟ ਨੇ, ਮੈਂ ਫੇਰ ਕਹੂੰਗਾ, ਜਿੱਦਾਂ ਹੁਣ ਜੋਗਿੰਦਰ ਯਾਦਵ ਨੂੰ ਕਿਸਾਨ ਨੇਤਾ ਥੋੜ੍ਹਾ ਉਹ, ਤੇ ਜੇ ਇਹੋ ਜਿਹੇ ਲੋਕ ਆਪਣੇ ਹਿੱਤ ਸਾਧਣ ਲਈ ਲੱਗੇ ਹੋਏ ਆ, ਉਹਨਾਂ ਨੇ ਤਾਂ ਕਮਿਊਨਿਸਟਾਂ ਨੇ ਤਾਂ ਜਦੋਂ ਤੱਕ ਕਿਸੇ ਫੈਕਟਰੀ ਤੇ ਝੰਡਾ ਲਾਉਂਦੇ ਆ ਉਹ ਲਾਲ ਝੰਡਾ ਉਦੋਂ ਤੱਕ ਨਹੀਂ ਲੈਂਦਾ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ। ਤੇ ਇਹਨਾਂ ਨੇ ਤਾਂ ਕਿਸਾਨ ਅੰਦੋਲਨ ਦਾ ਨੁਕਸਾਨ ਕਰਨਾ, ਕੋਈ ਫਾਇਦਾ ਨਹੀਂ ਇਹ ਕਰ ਰਹੇ। ਓਕੇ ਗਰੇਵਾਲ ਜੀ, ਚਲੋ ਆਪਾਂ ਜਵਾਬ ਤਾਂ। ਔਰ ਮੈਂ ਜਿਹੜੀ ਗੱਲ ਇਹਦੇ 'ਚ ਕਹਿਣੀ ਚਾਹੁੰਦਾ ਕਿ ਭਾਜਪਾ ਦੀਆਂ ਸਰਕਾਰਾਂ ਵੈਸਟ ਬੰਗਾਲ ਔਰ ਅਸਾਮ ਦੇ ਅੰਦਰ ਭਾਰੀ ਬਹੁਮਤ ਨਾਲ ਬਣਨੀਆਂ ਨੇ, ਪੌਂਡੀਚੇਰੀ 'ਚ ਵੀ ਬਣਨੀਆਂ ਨੇ। ਅੱਜ ਔਨ ਰਿਕਾਰਡ ਕਹਿ ਰਹੇ ਹਾਂ। ਔਰ ਤੁਸੀਂ ਜਦੋਂ ਹੁਣ ਮਹੀਨੇ 1.5 ਮਹੀਨੇ ਬਾਅਦ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਆਉਣਗੀਆਂ, ਤੁਸੀਂ ਖੁਦ ਕਹੋਗੇ ਕਿ ਉਸ ਵੇਲੇ ਕਿਹਾ ਸੀ। ਔਰ ਨਾ ਹੀ ਸਾਡੇ ਅੱਗੇ ਪੰਜਾਬ 'ਚ ਵੀ ਕੋਈ ਫਰਕ ਪੈਣ ਵਾਲਾ ਇਹਦਾ, ਤੁਸੀਂ ਇਹ ਦੇਖ ਲੈਣਾ। ਇਹਨਾਂ ਚੀਜ਼ਾਂ 'ਚ ਸਾਨੂੰ ਡਰਾਉਣ ਧਮਕਾਉਣ ਨਾਲ ਨਹੀਂ, ਅਸੀਂ ਤਾਂ ਵੈਸੇ ਹੀ ਕਿਸਾਨ ਦੇ ਹਿੱਤ 'ਚ। ਔਰ ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ, ਔਰ ਜੇ ਇਹਨਾਂ ਨੇ ਵਿਰੋਧ ਕਰਨਾ, ਇਹ ਤਾਂ ਮੋਦੀ ਜੀ ਦਾ ਵਿਰੋਧ ਆ, ਇਹ ਮੋਦੀ ਜੀ ਦਾ ਚਿਹਰਾ। ਸਿੱਧੂ ਸਾਹਿਬ ਇਹਨੂੰ ਚੁੱਪ ਕਰਾਓ ਥੋੜਾ ਜਿਹਾ, ਜਵਾਬ ਤਾਂ ਇਹਨੂੰ ਦੇ ਲੈਣ ਨਾਲ। ਓਕੇ ਤੁਹਾਡੀ ਗੱਲ ਆ ਗਈ ਸਰਸਾ ਜੀ ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟ ਸੁਣੇ ਆ। ਉਹਨਾਂ ਦਾ ਕਿਹਾ ਕਿ ਇਹਨਾਂ ਨੂੰ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਇਹਨਾਂ ਦੀ ਵੱਖੋ ਵੱਖਰੀ ਵਿਚਾਰਧਾਰਾ ਹੈ, ਤੇ ਜਿਹੜਾ ਵਿਰੋਧ ਕਰਨ ਜਾ ਰਿਹਾ ਚਾਹੇ ਬੰਗਾਲ ਆ ਜਾਂ ਅਸਾਮ ਜਾਂ ਦੂਜੇ ਰਾਜਾਂ, ਕੋਈ ਫਰਕ ਨਹੀਂ ਪੈਣ ਲੱਗਿਆ ਇਹਨਾਂ ਦੇ ਵਿਰੋਧ ਦੇ ਨਾਲ। ਇਹ ਹੁਣ ਕਿਸਾਨ ਅੰਦੋਲਨ ਨਹੀਂ, ਉਹ ਤਾਂ ਕਹਿੰਦੇ ਰਾਜਸੀ ਪਾਰਟੀਆਂ ਦਾ ਪ੍ਰੇਰਿਆ ਹੋਇਆ ਅੰਦੋਲਨ ਹੈ। ਜੀ ਸਰਸਾ ਜੀ, ਇਹਨਾਂ ਤੇ ਸਾਨੂੰ ਅੱਜ ਤੱਕ ਵੀ ਜਿਹੜਾ ਉਹ ਕਿਸਾਨ ਨਹੀਂ ਮੰਨਿਆ। ਇਹਨਾਂ ਨੇ ਅੱਜ ਤੱਕ ਸਾਨੂੰ ਕਿਸਾਨ ਨਹੀਂ ਮੰਨਿਆ। ਮੈਂ ਇਹਨਾਂ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜਿਹੜੀਆਂ ਤੁਸੀਂ 11 ਮੀਟਿੰਗਾਂ ਦੀ ਗੱਲ ਕਰਦੇ ਹੋ, ਉਹਨਾਂ 11 ਮੀਟਿੰਗਾਂ ਦੇ ਵਿੱਚ ਜਿਹੜੇ ਉਹ ਚੱਲਦੀਆਂ ਮੀਟਿੰਗਾਂ 'ਚ ਤੁਸੀਂ ਸਾਡੇ ਤੋਂ ਮੰਗਿਆ ਖਾਲੀ ਡੱਬਾ, ਭਈ ਲਾਲ ਪੈਨ ਲੈ ਲਓ, ਨੀਲਾ ਲੈ ਲਓ, ਕਾਲਾ ਲੈ ਲਓ,
ਜੋ ਮਰਜ਼ੀ ਇਹ 'ਚ ਸੰਸ਼ੋਧਨ ਕਰਾ ਲਓ ਤੇ ਸਾਨੂੰ ਖਾਲੀ ਡੱਬਾ ਦੇ ਦਿਓ। ਜੇਕਰ ਇਹ ਕਾਨੂੰਨ ਕਿਸਾਨ ਦੇ ਹਿੱਤ ਵਿੱਚ ਸਨ ਤੇ ਤੁਸੀਂ ਇਹ 'ਚ ਸੰਸ਼ੋਧਨ ਦੀ ਪਹਿਲਾਂ ਤਾਂ ਕਹਿੰਦੇ ਸੋ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ, ਸਾਨੂੰ ਇੱਕ ਬੰਨੇ ਤੁਸੀਂ ਕਿਸਾਨ ਨਹੀਂ ਮੰਨਦੇ, ਇੱਕ ਬੰਨੇ ਕਹਿੰਦੇ ਜੇ ਵੀ ਖਾਲੀ ਡੱਬਾ ਦੇ ਦਿਓ, ਫਿਰ ਤੁਸੀਂ ਕਹਿੰਦੇ ਜੇ ਵੀ ਇਹ ਕਿਸਾਨਾਂ ਦਾ ਉੱਥੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਇਹ ਕਿਸਾਨ ਹੀ ਨਹੀਂ। ਜੇ ਕਿਸਾਨ ਨਹੀਂ ਤੇ ਮੈਂ ਪੁੱਛਣਾ ਚਾਹੁੰਦਾ ਗਰੇਵਾਲ ਤੋਂ, ਤੇ ਗਰੇਵਾਲ ਸਾਹਿਬ ਇੱਕ ਗੱਲ ਤਾਂ ਦੱਸ ਦਿਓ ਵੀ ਇਹ ਲੋਕ ਬੈਠੇ ਕੌਣ ਨੇ? ਇਹ ਜਿਹੜੀਆਂ ਬੀਬੀਆਂ ਬੈਠੀਆਂ ਨੇ, ਬੱਚੇ ਬੈਠੇ ਨੇ, ਬਜ਼ੁਰਗ ਬੈਠੇ ਨੇ, ਜਾਂ ਮੇਰੇ ਨਾਲ ਗੱਲ ਕਰ ਲਾ ਗਰੇਵਾਲ ਸਾਹਿਬ ਵੀ ਮੈਂ ਕੌਣ ਹੈ, ਕਿੰਨੇ ਚਿਰ ਤੋਂ ਕਿਸਾਨ ਲੜ ਰਹੇ ਆ, ਔਰ ਜਿਹੜੇ ਅੰਦਰ ਬੈਠ ਕੇ ਤੁਹਾਡੇ ਨਾਲ ਮੀਟਿੰਗਾਂ ਹੋਈਆਂ, ਉਹਨਾਂ ਮੀਟਿੰਗਾਂ 'ਚ ਤੁਸੀਂ ਸਭ ਕੁਝ ਮੰਨ ਕੇ ਤੇ ਤੁਸੀਂ ਪਾਰਲੀਮੈਂਟ 'ਚ, ਰਾਜ ਸਭਾ 'ਚ ਤੁਸੀਂ ਮੁੱਕਰ ਗਏ ਵੀ ਇਹ ਸਾਨੂੰ ਕਾਲਾ ਕੀ ਨੇ ਦੱਸ ਹੀ ਨਹੀਂ ਸਕੇ। ਉਹ ਜੇ ਕਾਲਾ ਨਹੀਂ ਸੀ ਤੇ ਤੁਸੀਂ ਸਾਡੇ ਕੋਲ ਖਾਲੀ ਡੱਬੇ ਕਿਉਂ ਮੰਗੇ? ਤੇ ਫਿਰ ਹੁਣ ਉੱਥੇ ਜਾ ਰਹੇ ਆ, ਤੁਸੀਂ ਕਹਿੰਦੇ ਹੋ ਫਰਕ ਹੀ ਕੋਈ ਨਹੀਂ ਪੈਣਾ, ਤੇ ਇਹ ਤੇ ਸਮਾਂ ਦੱਸੇਗਾ ਕਿ ਫਰਕ ਪੈਂਦਾ ਕਿ ਨਹੀਂ ਪੈਂਦਾ। ਆ ਤੁਸੀਂ ਸਾਡੇ ਸਾਹਮਣੇ ਕਿੱਲ ਕਿਉਂ ਗੱਡੇ, ਕੰਕਰੀਟ ਦੀਆਂ ਕੰਧਾਂ ਕਿਉਂ ਜਿਹੜੀਆਂ ਨੇ ਉਹ ਕੀਤੀਆਂ, ਇਹ ਤੁਸੀਂ 15-15 ਫੁੱਟ ਦੀਆਂ ਜਿਹੜੀਆਂ ਡੂੰਘੀਆਂ ਖਾਈਆਂ, ਕਦੀ ਸਰਕਾਰਾਂ ਨੇ ਅੱਜ ਤੱਕ ਕਿਸ ਤਰ੍ਹਾਂ ਕੀਤਾ ਕਿ ਉਹ ਸੜਕਾਂ 'ਚ ਕਿੱਲ ਗੱਡਣ, ਉਹ ਸੜਕਾਂ 'ਚ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਕੱਢਣ, ਕਦੀ ਸੜਕਾਂ 'ਚ 15-15 ਫੁੱਟ ਉਹ ਖਾਈਆਂ ਕੱਢਣ। ਉਹ ਕਦੀ ਤੁਸੀਂ ਸਾਨੂੰ ਖਾਲਿਸਤਾਨੀ ਕਿਹਾ, ਕਦੀ ਪਾਕਿਸਤਾਨੀ ਕਿਹਾ, ਕਦੀ ਚਾਈਨਾ ਦੇ ਕਿਹਾ, ਅਜੇ ਤੱਕ ਸਾਨੂੰ ਤੁਸੀਂ ਕਿਸਾਨ ਨਹੀਂ ਮੰਨਿਆ। ਤੇ ਜੇ ਕਿਸਾਨ ਨਹੀਂ ਤੇ ਸਾਡੇ ਨਾਲ 11 ਮੀਟਿੰਗਾਂ ਕਿਸ ਗੱਲ ਦੀਆਂ ਕੀਤੀਆਂ? ਇੱਕ ਜੋਗਿੰਦਰ ਯਾਦਵ ਦਾ ਨਾਂ ਲੈ ਕੇ ਤੁਸੀਂ ਸਭ ਕੁਝ ਸਾਰਿਆਂ ਨੂੰ ਭੰਡੀ ਜਾ ਰਹੇ ਹੋ। ਜਿਹੜਾ ਸਾਡੇ ਵਿੱਚ ਅੱਜ ਸਾਡੀ ਗੱਲ ਕਰ ਰਿਹਾ, ਤੁਸੀਂ ਸਾਰਿਆਂ ਦੀ ਇਹ ਗੱਲ ਕਰੀ ਜਾ ਰਹੇ ਹੋ। ਉਹ ਤੁਸੀਂ ਕੀ ਜੇ? ਤੁਸੀਂ ਹੈ ਕੀ ਜੇ? ਤੁਸੀਂ ਤਾਂ ਦੱਸੋ ਜੀ। ਸਰਸਾ ਜੀ ਆਪਾਂ ਜਵਾਬ ਲੈਣੇ ਕਿਸੇ ਨੂੰ ਬੋਲਣ ਦਾ ਆਪਾਂ ਜਵਾਬ ਲੈਣੇ ਆ। ਸ਼ਮਿੰਦਰ ਜੀ ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟਸ ਵੀ ਸੁਣੇ ਆ, ਸਰਸਾ ਜੀ ਦੇ ਕਮੈਂਟਸ ਵੀ ਸੁਣੇ ਆ। ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਭੂਮਿਕਾ ਨਿਭਾ ਰਹੀ ਆ ਇਹਨਾਂ ਮੁੱਦਿਆਂ ਤੇ। ਗਰੇਵਾਲ ਜੀ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਤਾਂ ਰਹਿ ਹੀ ਨਹੀਂ ਗਿਆ, ਪੋਲੀਟੀਕਲ ਪਾਰਟੀਆਂ ਤੋਂ ਪ੍ਰੇਰਿਤ ਅੰਦੋਲਨ ਹੈ। 11 ਜਾਂ 12 ਵਾਰ ਮੀਟਿੰਗਾਂ ਕੀਤੀਆਂ, ਅਸੀਂ ਤਾਂ ਸਾਰਾ ਕੁਝ ਮੰਨਣ ਲਈ ਤਿਆਰ ਨਹੀਂ ਸੀ। ਤੇ ਸਰਸਾ ਜੀ ਨੇ ਸਵਾਲ ਕੀਤਾ ਹੈ ਜੇ ਅਸੀਂ ਕਿਸਾਨ ਨਹੀਂ ਤਾਂ ਫਿਰ ਕਿਸਾਨ ਕੌਣ ਹੈ? ਸ਼ਮਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ, ਜੋ ਸਥਿਤੀ ਇਸ ਵੇਲੇ ਬਣੀ ਵੀ ਹੈ, ਚੁਣੌਤੀ ਬਣੀ ਵੀ ਹੈ ਜੋ ਇਸ ਵੇਲੇ? ਜਗਤਾਰ ਜੀ, ਮੈਂ ਤੁਹਾਨੂੰ ਇਹੀ ਗੱਲ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਪਾਂ ਦੇਖਿਆ ਸ਼ੁਰੂ ਤੋਂ 26 ਤਰੀਕ ਤੋਂ ਚੱਲ ਰਿਹਾ, ਸਾਨੂੰ ਸੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜਾਂ ਗਾਜੀਪੁਰ ਬਾਰਡਰ ਤੇ ਸਾਡੇ ਕਿਸਾਨ ਵੀਰ ਬੈਠੇ ਨੇ। ਜਿਵੇਂ ਸਾਡੇ ਬਲਦੇਵ ਸਿੰਘ ਜੀ ਸਿਰਸਾ ਜਿਹੜੇ ਬੜੇ ਉੱਘੇ ਕਿਸਾਨ ਨੇਤਾ ਨੇ, ਬੜੇ ਸੰਘਰਸ਼ ਕਰ ਰਹੇ ਨੇ ਉੱਥੇ ਬੈਠੇ। ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵਾ ਗਰੇਵਾਲ ਸਾਹਿਬ ਕੋਲੋਂ ਕਿ ਜਿਹੜੀ ਬੀਜੇਪੀ ਉਹਨਾਂ ਨੇ ਸ਼ੁਰੂ ਤੋਂ ਅੰਦੋਲਨ ਜੀਵੀ ਜਾਂ ਖਾਲਿਸਤਾਨੀ ਜਾਂ ਸਾਡੇ ਜਿਹੜੇ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬਦਨਾਮ ਕਰਨ ਵਾਲੇ ਨਾਮ ਦਿੱਤੇ ਨੇ, ਮੈਂ ਨਹੀਂ ਸਮਝਦਾ ਕਿ ਜੇ ਤੁਸੀਂ ਇੱਕ ਗੱਲ ਦੱਸੋ ਕਿ ਜੇ ਸਾਡੇ ਕਿਸਾਨਾਂ ਨੂੰ ਜਿਹੜੇ ਇਹ ਬਿੱਲ ਪਸੰਦ ਨਹੀਂ ਗਏ, ਜੇ ਉਹਨਾਂ ਦੇ ਹੱਕ ਵਿੱਚ ਉਹਨਾਂ ਨੂੰ ਨਹੀਂ ਲੱਗਦੇ, ਤੇ ਜੇ ਤੁਸੀਂ ਕਿਸਾਨ ਦੇ ਹਿੱਤਾਂ ਦੀ ਗੱਲ ਕਰਦੇ ਹੋ ਕਿ ਬੀਜੇਪੀ ਹਮੇਸ਼ਾ ਕਿਸਾਨ ਹਿੱਤਾਂ ਦੀ ਗੱਲ ਕਰਦੀ, ਤੇ ਉਹ ਕਿਸਾਨਾਂ ਦੇ ਜਿਹੜੇ ਸਾਡੇ ਜਦੋਂ ਕਿਸਾਨ ਜਥੇਬੰਦੀਆਂ 11 ਵਾਰ ਗਈਆਂ ਨੇ ਤੇ ਉਹਨਾਂ ਨੂੰ ਰੱਦ ਕਰ ਦੇਣ ਜੇ ਸਾਡੇ ਕਿਸਾਨਾਂ ਨੂੰ ਨਹੀਂ ਪਸੰਦ ਗਈ। ਬਾਕੀ ਦੂਜੀ ਗੱਲ ਕੀਤੀ ਜਾਵੇ, ਜਿਹੜੀ ਮੈਂ ਸਿਰਸਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜੇ ਜਿੱਥੇ ਬੀਜੇਪੀ ਦੀਆਂ ਇਲੈਕਸ਼ਨ ਹੋ ਗਏ ਕਰਾਓ। ਮੈਂ ਨਹੀਂ ਕਹਿੰਦਾ ਸੀ ਪੋਲੀਟੀਕਲ ਪਾਰਟੀਆਂ ਸਾਡੀ ਗੱਲ ਕਹੀ ਇੱਥੇ ਦੂਰ ਚਲੀ ਜਾਣੀ ਹੈ ਕਿ ਤੁਹਾਨੂੰ ਅੱਜ ਹੀ ਪਤਾ ਲੱਗਿਆ ਐਮਸੀਡੀ ਦਾ ਰਿਜ਼ਲਟ ਆਇਆ। 5 ਬਾਈ ਇਲੈਕਸ਼ਨ ਦੀਆਂ ਸੀਗੀਆਂ ਚੋਣਾਂ ਦਿੱਲੀ ਦੇ ਵਿੱਚ, ਤੇ 4 ਜਗ੍ਹਾ ਤੇ ਆਮ ਆਦਮੀ ਪਾਰਟੀ ਤੇ 1 ਜਗ੍ਹਾ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ, ਤੇ ਬੀਜੇਪੀ ਨੇੜੇ ਤੇੜੇ ਵੀ ਨਹੀਂ ਰਹੀ ਜਿੱਥੇ ਦਿੱਲੀ ਦੇ ਵਿੱਚ। ਤੇ ਬਾਕੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਦੇਖੀਏ ਕਿ ਜਿਹੜੀਆਂ ਬੀਜੇਪੀ ਨੇ ਇਲੈਕਸ਼ਨਾਂ ਲੜੀਆਂ ਉਹਦੇ ਵਿੱਚ ਮੈਨੂੰ ਪਤਾ ਮੈਕਸਿਮਮ 25 ਸੀਟਾਂ ਜਿੱਤੀਆਂ ਨੇ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਇੱਥੇ ਸੰਘੂ ਬਾਰਡਰ ਤੇ ਜਾਂ ਦਿੱਲੀ ਦੇ ਵਿੱਚ ਕਿਸਾਨ ਵੀਰ ਬੈਠੇ ਨੇ, ਉਹਨਾਂ ਦਾ ਸਤਿਕਾਰ ਕੀਤਾ ਜਾਵੇ। ਉਹ ਜਿੱਤ ਕੇ ਵਾਪਸ ਹੋਣ। ਰਾਜਨੀਤੀ ਕਰਨ ਨੂੰ ਬੜਾ ਟਾਈਮ ਪਿਆ, ਰਾਜਨੀਤੀ ਕਰਨ ਨੂੰ ਬੜਾ ਸਮਾਂ ਪਿਆ। ਜੇ ਸਾਡੇ ਕਿਸਾਨ ਵੀਰ ਉੱਥੋਂ ਜਿੱਤ ਕੇ ਆਉਣਗੇ ਤੇ ਰਾਜਨੀਤੀ ਕੀਤੀ ਜਾਏਗੀ। ਓਕੇ, ਥੈਂਕ ਯੂ ਵੈਰੀ ਮਚ। ਛੜਾ ਗਰੇਵਾਲ ਜੀ ਤੁਸੀਂ ਸਿਰਸਾ ਜੀ ਦੇ ਕਮੈਂਟ ਸੁਣੇ ਆ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਜੇ ਤੁਸੀਂ ਕਿਸਾਨ ਨਹੀਂ ਮੰਨਦੇ ਜਿਹੜੇ ਬਾਰਡਰਾਂ ਤੇ ਬੈਠੇ ਆ ਤਾਂ ਫਿਰ ਕਹਿੰਦੇ ਅਸੀਂ ਕੌਣ ਹੈ? ਤੁਸੀਂ ਤਾਂ ਪਹਿਲਾਂ ਤੋਂ ਹੀ ਸਾਨੂੰ ਕਿਸਾਨ ਨਹੀਂ ਮੰਨਿਆ। ਇਸ ਮੁੱਦੇ ਦੇ ਇੱਕ ਪਾਸੇ ਆਪਾਂ ਗੱਲਬਾਤ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਕਹਿੰਦੇ ਜੇ ਅਸੀਂ ਕਿਸਾਨ ਨਹੀਂ ਤਾਂ ਸਾਡੇ ਨਾਲ 12 ਮੀਟਿੰਗਾਂ ਕਿਉਂ ਕੀਤੀਆਂ ਗਈਆਂ? ਦੇਖੋ ਜਗਤਾਰ ਜੀ, ਕਈ ਵਾਰ ਨਾ ਡਿਬੇਟ 'ਚ ਪੂਰੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਦਾ, ਅੱਧੀ ਗੱਲ ਦਾ ਅਰਥ ਦਾ ਅਨਰਥ ਹੋ ਜਾਂਦਾ। ਮੈਂ ਜੋ ਕਹਿਣਾ ਕਿ ਜਿਹੜੇ ਸੜਕਾਂ ਤੇ ਕਿਸਾਨ ਬੈਠੇ ਆ ਉਹ ਅਸਲੀ ਕਿਸਾਨ ਨੇ। ਉਹਨਾਂ ਨੂੰ ਇਹਨਾਂ ਨੇ ਇਹ ਗਲਤਫਹਿਮੀ ਪਾ ਕੇ ਲੈ ਗਏ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ। ਤੇ ਮੈਂ ਵੀ
किसान हाँ और मेरे को भी जमीन हैगी है। जे मेरी जमीन कोई खोण की गल करे तो मैं कहूँगा मैं तेरी जान ले लूँगा, जमीन नहीं खोण दिंदा। तो मेरे नालों ज़्यादा वो लोग जिहड़े खेती नाल दिन रात जुड़े हुए ने ते ਉਹ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਦਰਦ ਆ ਤੇ ਉਹ ਇਸ ਕਰਕੇ ਬੈਠੇ ਹੋਏ ਆ ਕਿ ਨਾ ਤਾਂ ਉਹਨਾਂ ਦੀ ਜ਼ਮੀਨ ਕਿਸੇ ਨੇ ਖੋਣੀ ਸੀ ਤੇ ਨਾ ਅੱਗੇ ਖੋਣੀ ਹੈ, ਪਰ ਉਹਨਾਂ ਨੂੰ ਗਲਤਫਹਿਮੀ ਪਾਤੀ। ਇਹ ਜਿਹੜੇ ਲੀਡਰ ਨੇ ਕਿਸਾਨ ਜਥੇਬੰਦੀਆਂ ਦੇ, ਉਹਦੇ ਚੋਂ ਕੁਝ ਲੀਡਰ ਵਿਚਾਰਧਾਰਕ ਤੌਰ ਤੇ ਲੈਫਟਿਸਟਾਂ ਨਾਲ ਜੁੜੇ ਹੋਏ ਆ, ਕੁਝ ਕੋਈ ਹੋਰ ਐਸੀਆਂ ਜਥੇਬੰਦੀਆਂ ਨਾਲ ਜੁੜੇ ਹੋਏ ਆ ਜਿਹੜੀਆਂ ਕਿਸਾਨ ਦੇ ਹਿੱਤ ਨਾਲ ਕੰਮ ਕਰਕੇ ਆਪਣੀ ਵਿਚਾਰਧਾਰਾ ਨੂੰ ਜੀ ਗਰੇਵਾਲ ਜੀ ਮੈਂ ਇੱਕ ਸਵਾਲ ਲੈਣਾ ਚਾਹੁੰਦਾ ਪਲੀਜ਼ ਤੁਹਾਡੇ ਕੋਲੋਂ ਔਰ ਉਹਨਾਂ ਨੇ ਇਹ ਫੈਸਲਾ ਨਹੀਂ ਤੁਹਾਨੂੰ ਮੈਂ ਦੱਸ ਦਿੰਦਾ। ਇੱਕ ਮੀਟਿੰਗ ਜੋ ਸਿਰਸਾ ਸਾਹਿਬ ਨੇ ਗੱਲ ਕੀਤੀ, ਉਹਨਾਂ ਨੇ ਇੱਕ ਮੀਟਿੰਗ ਦੇ ਅੰਦਰ ਅਸੀਂ ਅਮਿਤ ਸ਼ਾਹ ਜੀ ਨੇ ਕਿਹਾ ਇਹਨਾਂ ਨੂੰ ਕਿ ਬਈ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਹੁਣ ਤੁਸੀਂ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 5 ਦੀ ਸਰਕਾਰ ਦੀ ਦੇ ਦਿੰਦੇ ਆ, ਜੋ ਮਰਜ਼ੀ ਇਹਦੇ 'ਚ ਭਰ ਲਓ। ਉਹ ਕਹਿੰਦੇ ਨਹੀਂ ਜੀ ਸਾਨੂੰ ਤੁਸੀਂ ਹਰਚੰਦ ਸਿੰਘ ਲੌਂਗੋਵਾਲ ਬਣਾਉਣਾ, ਅਸੀਂ ਤਾਂ ਇਹ ਕਹਿ ਕੇ ਲਿਆਏ ਕਿ ਅਸੀਂ ਕਾਨੂੰਨ ਹੀ ਰੱਦ ਕਰਾਉਣੇ ਆ। ਜਦੋਂ ਕਾਨੂੰਨਾਂ ਦੇ ਵਿੱਚ ਕੁਝ ਬਚਿਆ ਨਹੀਂ ਤਾਂ ਰੱਦ ਕਰਨ ਵਾਲੀ ਕਿਹੜੀ ਗੱਲ ਰਹਿ ਗਈ ਜੀ। ਤਾਂ ਇਹਨਾਂ ਉਹ ਕਿਸਾਨ ਦਾ ਹਿੱਤ ਨਹੀਂ ਪੂਰਾ ਕਰਨਾ, ਆਪਣੀ ਜਿੱਦ ਪੂਰੀ ਕਰਨੀ ਆ, ਆਪਣੀ ਅੜੀ ਪੂਰੀ ਕਰਨੀ ਆ, ਆਪਣੀ ਵਿਚਾਰਧਾਰਾ ਨੂੰ ਪੂਰਨ ਕਰਨਾ। ਜੀ ਚਲੋ ਗਰੇਵਾਲ ਜੀ, ਤਾਂ ਨਹੀਂ ਗੱਲ ਨਿਪਟ। ਗਰੇਵਾਲ ਜੀ ਇੱਕ ਸਵਾਲ ਗਰੇਵਾਲ ਜੀ ਮੈਂ ਤੁਹਾਡੇ ਕੋਲੋਂ ਜ਼ਰੂਰ ਲੈਣਾ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਈ ਹੈ, ਮੈਂ ਅੱਗੇ ਫਿਰ ਸੱਸਾ ਜੀ ਤੋਂ ਸਵਾਲ ਲੈ ਰਿਹਾ। ਸਵਾਲ ਇਹ ਹੈ ਕਿ ਜਦੋਂ ਖੇਤੀ ਮੁੱਦਿਆਂ ਤੇ ਗੱਲ ਹੁੰਦੀ ਹੈ ਗਰੇਵਾਲ ਜੀ, 32 ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਬਹੁਤ ਵੱਡਾ, ਪਹਿਲੀ ਵਾਰ ਇੱਕ ਕੌਮੀ ਪੱਧਰ ਤੇ ਕਿਸਾਨਾਂ ਦਾ ਪਲੇਟਫਾਰਮ ਹੈ, ਉਹਦੇ 'ਚ ਉਹਨਾਂ ਦੀਆਂ ਕੀ ਸ਼ੇਡਸ ਹੈ ਕੀ ਨਹੀਂ ਆ, ਉਹਨਾਂ ਤੋਂ ਆਪਾਂ ਕੀ ਲੈਣਾ ਦੇਣਾ ਹੈ। ਗੱਲ ਤਾਂ 3 ਖੇਤੀ ਕਾਨੂੰਨਾਂ ਦੀ ਤੇ MSP ਦੀ ਹੋ ਰਹੀ ਹੈ, ਗੱਲ ਤਾਂ ਉਹਨਾਂ ਮੁੱਦਿਆਂ ਤੇ ਹੋ ਰਹੀ ਹੈ। ਆਪਾਂ ਕਿਉਂ ਦੇੜ ਪਾਉਣ ਇਸ ਗੱਲ 'ਚ ਜਾਂਦੇ ਹਾਂ ਕਿ ਕੌਣ ਕੀ ਹੈ, ਕਿਹਨੇ ਹਰੇ ਰੰਗ ਦਾ ਪਗੜੀ ਬੰਨੀ ਹੈ, ਕਿਹਨੇ ਪੀਲੇ ਰੰਗ ਦੀ ਪਗੜੀ ਬੰਨੀ ਹੈ। ਸਵਾਲ ਤਾਂ ਸਰ ਖੇਤੀ ਮੁੱਦਿਆਂ ਤੇ, ਗੱਲ ਤਾਂ ਖੇਤੀ ਮੁੱਦਿਆਂ ਤੇ, ਉਹ ਕਹਿੰਦੇ ਖੇਤੀ ਮੁੱਦਿਆਂ ਤੇ ਗੱਲ ਕਰੋ ਨਾ ਸਾਡੇ ਨਾਲ। ਖੇਤੀ ਮੁੱਦਿਆਂ ਤੇ 11 ਵਾਰ ਮੀਟਿੰਗ ਕਰ ਲਈ ਹੈ ਤੇ ਫਿਰ ਤੁਸੀਂ ਕਹਿ ਜਾਂਦੇ ਹੋ ਕਿ ਤੁਸੀਂ ਕਿਸਾਨ ਨਹੀਂ ਹੈ। ਏਦਾਂ ਕਿ ਖੇਤੀ ਮੁੱਦਿਆਂ ਤੇ ਹੀ ਗੱਲ ਕਰਦੇ ਆ, ਖੇਤੀ ਮੁੱਦਿਆਂ ਤੇ ਹੀ ਸਾਰੀਆਂ ਗੱਲਾਂ ਹੋਈਆਂ, ਪਰ ਜਿਹੜੇ ਖੇਤੀ ਮੁੱਦੇ ਸੀ ਉਹ ਤਾਂ ਸਾਰੇ ਹੱਲ ਹੋ ਗਏ ਸੀ। ਇਹਨਾਂ ਦੀ ਆਪਣੀ ਜਿਹੜਾ ਇਹ ਅੰਦੋਲਨ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਔਰ ਜਾਣਬੁੱਝ ਕੇ ਅੰਦੋਲਨ ਵਧਾਉਣਾ ਚਾਹੁੰਦੇ ਆ, ਔਰ ਇਹ ਮੋਦੀ ਜੀ ਦਾ ਚਿਹਰਾ ਤੇ ਸਰਕਾਰ ਦੀ ਦਿੱਖ ਖਰਾਬ ਕਰਨ ਦੀ ਇੱਕ ਸਾਜ਼ਿਸ਼ ਹੈਗੀ ਹੈ। ਬਾਕੀ ਕਿਸਾਨ ਦਾ ਹਿੱਤ ਨਹੀਂ ਪੂਰਾ ਕਰ ਰਹੇ, ਉਹ ਕਿਸਾਨ ਤਾਂ ਭੋਲੇ ਭਾਲੇ ਜਿਹੜੇ ਸੜਕਾਂ ਤੇ ਬਿਠਾਏ ਆ ਉਹਨਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਜਿੱਦਣ ਗੱਲ ਸਮਝ ਆ ਗਈ ਇਹਨਾਂ ਨੂੰ ਭਜਦਿਆਂ ਨੂੰ ਰਸਤੇ ਨਹੀਂ ਲੱਭਣੇ। ਗੱਲ ਆਹ ਹੋਣੀ ਹੈ, ਆਖਰ ਉਹਨਾਂ ਕਿਸਾਨਾਂ ਨੂੰ ਵੀ ਸਮਝ ਆ ਜਾਣੀ ਹੈ ਸਾਰੀ ਗੱਲ ਕਿ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ, ਸਾਡੀਆਂ ਤਾਂ ਸਾਰੀਆਂ ਗੱਲਾਂ ਮੰਨ ਲਈਆਂ। ਹੁਣ ਇਹ ਗੱਲ ਪੂਰੀ ਆਪ ਨਹੀਂ ਕਰਾਉਣਾ ਚਾਹੁੰਦੇ, ਦੋਸ਼ ਸਾਡੇ ਤੇ ਮੜੀ ਜਾਂਦੇ ਆ। ਅਸੀਂ ਤਾਂ ਹੁਣ ਵੀ ਕਹਿੰਦੇ ਆ ਕੋਈ ਨਵੀਂ ਪ੍ਰਪੋਜ਼ਲ ਆ ਜਗਤਾਰ ਜੀ ਤੁਸੀਂ ਲੈ ਲਓ ਸਿਰਸਾ ਸਾਹਿਬ ਤੋਂ, ਕੱਲ ਹੀ ਮੀਟਿੰਗ ਰਖਵਾ ਦਿੰਦੇ ਆ। ਜੇ ਹੁਣ ਪ੍ਰਪੋਜ਼ਲ ਹੀ ਕੋਈ ਨਾ ਹੋਵੇ ਤੇ ਕੱਲ ਇਹਨਾਂ ਨੇ ਜੈਸ ਔਰ ਨੋ ਜਿੱਤਾਂਗੇ ਜਾਂ ਮਰਾਂਗੇ, ਕੋਈ ਯੁੱਧ ਹੋ ਰਿਹਾ ਉੱਥੇ, ਉਹ ਤਾਂ ਗੱਲ ਹੋਣੀ ਸੀ। ਚਲੋ ਆਪਾਂ ਜਵਾਬ ਲੈਣੇ ਆ ਜੀ ਗਰੇਵਾਲ ਜੀ, ਬਿਲਕੁਲ ਗਰੇਵਾਲ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਲੈਣੇ ਆ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਵਿਧਾਇਕ ਪਵਨ ਟੀਨੂ ਜੀ ਵੀ ਜੁੜ ਚੁੱਕੇ ਆ। ਟੀਨੂ ਜੀ ਤੁਹਾਡਾ ਵੀ ਪੈਨਲ ਤੇ ਆਉਣ ਦੇ ਲਈ ਸਵਾਗਤ ਹੈ। ਟੀਨੂ ਜੀ ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ ਹਾਂ, ਮਿਹਰਬਾਨੀ। ਟੀਨੂ ਜੀ ਮੈਂ ਸਵਾਲ ਤੁਹਾਡੇ ਤੋਂ ਲੈਣ ਲੱਗਿਆ, ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟਸ ਨਹੀਂ ਸੁਣੇ ਤਾਂ ਮੈਂ ਦੱਸ ਦੇਣਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਕਿਸਾਨ ਹੀ ਹੈਗੇ ਆ ਜਿਹੜੀਆਂ ਇਹਨਾਂ ਨੇ ਵੱਖ-ਵੱਖ ਛੇੜ ਜਾਂ ਕਿਸੇ ਮੁੱਦੇ ਤੇ ਨਹੀਂ, ਕਿਸੇ ਪ੍ਰਸਤਾਵ ਤੇ ਨਹੀਂ ਆਉਂਦੇ। ਕਿ ਜਦੋਂ ਕਿ ਕਿਸਾਨ ਨੇਤਾ ਪਹਿਲਾਂ ਇਹ ਕਹਿ ਚੁੱਕੇ ਹੈ ਕਿ ਜੇ ਅਸੀਂ ਕਿਸਾਨ ਨਹੀਂ ਤੇ ਫਿਰ ਕਿਸਾਨ ਕੌਣ ਹੈ। 11 ਵਾਰ ਮੀਟਿੰਗਾਂ ਸਾਡੇ ਨਾਲ ਕਰਕੇ ਫਿਰ ਵੀ ਤੁਸੀਂ ਕਹਿੰਦੇ ਹੋ ਕਿਸਾਨ ਨਹੀਂ। ਇਸ ਮੁੱਦੇ ਤੇ ਟੀਨੂ ਜੀ ਕਿਵੇਂ ਦੇਖਦੇ ਹੋ, ਕਿਉਂਕਿ ਸਵਾਲ ਇੱਥੇ ਆ ਕੇ ਫਸਿਆ ਹੋਇਆ ਹੁਣ ਕੇਂਦਰ ਦੇ ਨਾਲ ਨਵੇਂ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਜੀ ਟੀਨੂ ਜੀ ਦੇਖੋ, ਕੇਂਦਰ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਰਵੱਈਆ ਨਾ ਜਿਹੜਾ ਉਹ ਇਸ ਐਜੀਟੇਸ਼ਨ ਨੂੰ, ਇਸ ਅੰਦੋਲਨ ਨੂੰ ਪਹਿਲਾਂ ਤਾਂ ਖਰਾਬ ਕਰਨ ਤੇ ਭਟਕਾਉਣ ਦਾ ਰੱਖਿਆ। ਕਦੀ ਮਾਓਵਾਦੀ, ਨਕਸਲਵਾਦੀ, ਖਾਲਿਸਤਾਨੀ, ਵੱਖਵਾਦੀ ਕਹਿ ਕੇ ਇਹਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਤੇ ਲੇਕਿਨ ਦੇਖੋ ਜੇ ਕਿਸਾਨ ਉਹ ਨਹੀਂ ਜਿਹੜੇ ਵਿਚਾਰੇ ਭੁੱਖੇ ਤੇ ਆਏ, ਬੀਬੀਆਂ ਤੇ ਇੰਨੇ ਬੁਰੇ ਹਾਲਾਤਾਂ ਵਿੱਚ ਠੰਡ 'ਚ ਹੁਣ ਗਾਂ ਗਰਮੀ ਆਉਣ ਵਾਲੀ, ਜਿਹੜੇ ਉੱਥੇ ਬੈਠੇ ਕੋਈ ਸ਼ੌਂਕ ਨੂੰ ਬੈਠੇ ਆ, ਉੱਥੇ ਉਹਨਾਂ ਨੂੰ ਕੋਈ ਫਾਇਦਾ ਵਿਚਾਰਿਆਂ ਨੂੰ, ਉਹਨਾਂ ਨੂੰ ਘਾਟਾ ਪੈ ਰਿਹਾ ਘਰ 'ਚ। ਜੇ ਘਰ 'ਚ ਹੋਣਗੇ ਉਹਨਾਂ ਦੇ 100 ਕੰਮ ਜਿਹੜੇ ਹੋਣ ਵਾਲੇ ਘਰ ਪਏ ਆ ਜਿਹੜੇ ਨਹੀਂ ਹੋਏ, ਉਹ ਸ਼ੌਂਕ ਨੂੰ ਨਹੀਂ ਬੈਠੇ। ਉਹਨਾਂ ਦੇ ਮਨ ਵਿੱਚ ਜਿਹੜਾ ਡਰ ਆ ਬਈ ਕਾਰਪੋਰੇਟ ਘਰਾਣੇ ਆ ਜਾਣਗੇ ਸਾਡੀਆਂ ਜ਼ਮੀਨਾਂ ਤੇ, ਸਾਡੀਆਂ ਫਸਲਾਂ ਤੇ, ਉਹ ਧਾਵੀ ਹੋ ਕੇ ਕਬਜ਼ਾ ਕਰ ਲੈਣਗੇ। ਤਾਂ ਕੀ ਇਹਦੇ ਵਿੱਚ ਕਿਹੜੀ ਆਕੜ ਕਾਹਦੀ ਆ, ਕਾਹਦੀ ਇੰਨੀ ਵੱਡੀ ਆਪਾਂ ਪ੍ਰੈਸਟੀਜ ਇਸ਼ੂ ਬਣਾ ਕੇ ਬੈਠੇ ਆ
ਨਰਿੰਦਰ ਮੋਦੀ ਜੀ ਨੂੰ ਚਾਹੀਦਾ ਵੀ ਉਹ ਕੁਝ ਸਿੰਪਲ ਤਾਂ ਮੰਗੇ ਉਹਨਾਂ ਦੀ ਵੀ 3 ਕਿਸਾਨ ਬਿੱਲ ਜਿਹੜੇ ਤੁਸੀਂ ਬਣਾਏ ਆ, ਜਿਹੜੇ ਬਿੱਲ ਕਦੀ ਕਿਸੇ ਕਿਸਾਨ ਦੀ ਸਹਿਮਤੀ ਨਾਲ ਨਹੀਂ ਬਣਾਏ, ਕਿਸੇ ਕਿਸਾਨ ਐਕਸਪਰਟ ਕੋਲੋਂ ਰਾਏ ਨਹੀਂ ਲਈ ਤੁਸੀਂ, ਨਾ ਕਦੀ ਬਿੱਲਾਂ ਬਾਰੇ ਪਹਿਲਾਂ ਵਿਧਾਨ ਸਭਾ ਨੂੰ ਦੇਸ਼ ਦੀਆਂ ਵਿਧਾਨ ਸਭਾਵਾਂ ਨੂੰ ਭੇਜਿਆ ਵੀ ਇੱਥੇ ਕੋਈ ਵਿਚਾਰ ਕਰਕੇ ਭੇਜੋ, ਤੇ ਤੁਸੀਂ ਸਿੱਧਾ ਹੀ ਲਿਆ ਕੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਪਾਸ ਕਰਕੇ ਐਕਟ ਬਣਾਤਾ, ਕਾਨੂੰਨ ਬਣਾਤਾ, ਸੁਣੀ ਹੀ ਨਹੀਂ ਕਿਸੇ ਦੀ। ਤੁਸੀਂ ਤਾਂ ਆਪਣੇ 23 ਸਾਲ ਪੁਰਾਣੇ ਪਾਰਟਨਰ ਦੀ ਨਹੀਂ ਸੁਣੀ। ਕਿੰਨੀ ਕਾਕੜਿਆ ਇਹ, ਕੀ ਕਰਾਂਗੇ ਆਪਾਂ? ਦੇਸ਼ ਦੀ ਸੇਵਾ ਕਰਦੇ ਹਾਂ, ਡੈਮੋਕ੍ਰੇਸੀ ਆ, ਲੋਕਤੰਤਰ ਆ, ਲੋਕਤੰਤਰ 'ਚ ਬਹੁਤ ਸਾਰੇ ਰੂਲਰ ਆਏ ਆ ਕੇ ਚਲੇ ਗਏ, ਪੱਕਾ ਕੋਈ ਨਹੀਂ ਇੱਥੇ ਬੈਠਾ ਕੀਲਾ ਗੱਡ ਕੇ। ਸੋ ਤੁਹਾਨੂੰ ਸਭ ਨੂੰ ਚਾਹੀਦਾ, ਗਰੇਵਾਲ ਸਾਹਿਬ, ਸਰਕਾਰ ਨੂੰ ਕਹੋ, ਅਮਿਤ ਸ਼ਾਹ ਜੀ ਨੂੰ ਕਹੋ, ਮੋਦੀ ਸਾਹਿਬ ਨੂੰ ਕਹੋ ਵੀ ਸਿੰਪਲ ਜੀ ਤਾਂ ਮੰਗਿਆ ਵੀ 3 ਕਾਨੂੰਨ ਵਾਪਸ ਲੈ ਲੈਣ। ਉਹ 3 ਕਾਨੂੰਨ ਵਾਪਸ ਲੈ ਕੇ ਜਿੰਨੀ ਮਰਜ਼ੀ ਡਿਸਕਸ਼ਨ ਕਰਨ, ਜਿੰਨੀਆਂ ਮਰਜ਼ੀ ਮੀਟਿੰਗਾਂ ਕਰਨ, ਐਕਸਪਰਟ ਨੂੰ ਬੁਲਾਉਣ, ਕਿਸਾਨਾਂ ਨੂੰ ਬੁਲਾਉਣ। ਜੀ ਟੀਨੂ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਫੇਰ ਆਵਾਂਗੇ ਤੁਹਾਡੇ ਵੱਲ। ਸਿਰਸਾ ਜੀ, ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟਸ ਵੀ ਸੁਣੇ ਆ, ਟੀਨੂ ਜੀ ਦੇ ਕਮੈਂਟਸ ਵੀ ਸੁਣੇ ਆ। ਗਰੇਵਾਲ ਜੀ ਦਾ ਕਹਿਣਾ ਹੈ ਕਿ ਜੇ ਕਿਸਾਨ ਜਿਹੜੇ ਹੈਗੇ ਆ, ਜਿਹੜੇ ਸੜਕਾਂ ਤੇ ਬੈਠੇ ਆ, ਉਹਨਾਂ ਨੂੰ ਜੇ ਸਾਡੀ ਗੱਲ ਦੀ ਸਮਝ ਆ ਗਈ ਤਾਂ ਇਹੋ ਜਿਹੀਆਂ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਘਰਾਂ ਨੂੰ ਵਾਪਸ ਚਲੇ ਜਾਣਗੇ, ਕਿਉਂਕਿ ਅਸੀਂ ਤਾਂ ਕਿਸਾਨਾਂ ਦੀ ਭਲਾਈ ਦੇ ਲਈ ਆ, ਤੇ ਜਿਹੜੀਆਂ ਜਥੇਬੰਦੀਆਂ ਲੜਾਈ ਵੀ ਲੜ ਰਹੀਆਂ ਸਾਨੂੰ ਤਾਂ ਉਹ ਕਹਿੰਦੇ ਅੱਜ ਪ੍ਰਸਤਾਵ ਦੇਣ ਅਸੀਂ ਕੱਲ ਗੱਲਬਾਤ ਕਰਨ ਲਈ ਤਿਆਰ ਹੈ, ਜਾਣਬੁੱਝ ਕੇ ਲਟਕਾ ਰਹੇ ਆ ਇਸ ਮਾਮਲੇ ਨੂੰ। ਅਸੀਂ ਤਾਂ ਦੇਖੋ ਜੀ ਪ੍ਰਸਤਾਵ ਇਹਨਾਂ ਨੂੰ ਦਿੱਤਾ ਹੋਇਆ, ਜਿੰਨੀ ਵਾਰ ਗੱਲਬਾਤ ਹੋਈ ਆ ਉਹ 'ਚ ਸਾਰੀ ਗੱਲਬਾਤ ਹੋ ਚੁੱਕੀ ਆ ਔਰ ਇਹ ਮੰਨ ਚੁੱਕੇ ਨੇ। ਹੁਣ ਤੁਹਾਡੇ ਸਾਹਮਣੇ ਖੁਦ ਗਰੇਵਾਲ ਸਾਹਿਬ ਨੇ ਮੰਨਿਆ ਕਿ ਅਮਿਤ ਸ਼ਾਹ ਜੀ ਮੰਨਣ ਨੂੰ ਤਿਆਰ ਨੇ। ਇਹ ਕਹਿੰਦੇ ਨੇ ਸਾਰਾ ਕੱਢ ਦਿਓ, ਸੰਸ਼ੋਧਨ ਕਰਾ ਲਓ। ਇਹ ਕਹਿੰਦੇ ਖਾਲੀ ਡੱਬਾ ਦੇ ਦਿਓ। ਖਾਲੀ ਡੱਬੇ ਦਾ ਇਹਨਾਂ ਨੂੰ ਕਿਹਾ ਵੀ ਕੀ ਕਰਨਾ ਤੁਸੀਂ। ਸੋ ਇਹ ਕਹਿੰਦੇ ਵੀ ਜਿੱਦਣ ਕਿਸਾਨਾਂ ਨੂੰ ਸਮਝ ਆ ਗਈ, ਸਾਡਾ ਖੁੱਲਾ ਇਹਨਾਂ ਨੂੰ ਸੱਦਾ ਵੀ ਤੁਸੀਂ ਆ ਜਾਓ ਸਾਡੀਆਂ ਸਟੇਜਾਂ ਲੱਗ, ਸਾਡੀਆਂ ਸਟੇਜਾਂ ਤੇ ਆ ਕੇ ਕਿਸਾਨਾਂ ਨੂੰ ਸਮਝਾ ਦਿਓ। ਉਹ ਕਿਸਾਨ ਸਮਝ ਜਾਣਗੇ, ਅਸੀਂ ਆਪਣੇ ਆਪ ਹੀ ਘਰਾਂ ਨੂੰ ਚੱਲ ਜਾਵਾਂਗੇ। ਇਹ ਸਾਡਾ ਸੱਦਾ ਕਿਉਂ ਨਹੀਂ ਪ੍ਰਵਾਨ ਕਰਦੇ? ਇਹ ਆਉਣ, ਇਹ ਆਪ ਜੋ ਕਿਸਾਨਾਂ ਨੂੰ ਸਮਝਾਉਣ ਵਾਸਤੇ ਇਹ ਪੂਰੇ ਭਾਰਤ ਦੇ ਵਿੱਚ ਇਹ ਕਹਿੰਦੇ ਅਸੀਂ ਜਾਵਾਂਗੇ। ਉਹ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਆਹ ਸਟੇਜਾਂ ਲੱਗੀਆਂ ਨੇ, ਖਰਚਾ ਸਾਡਾ, ਸਟੇਜਾਂ ਸਾਡੀਆਂ, ਕਿਸਾਨਾਂ ਨੂੰ ਅਸੀਂ ਲੈਂਦਾ। ਇਹ ਜਿਹੜੇ ਲੋਕ ਧਰਨਿਆਂ ਤੇ ਬੈਠੇ ਆ ਇਹਨਾਂ ਨੂੰ ਸਮਝਾ ਦਿਓ। ਜੇ ਸਮਝ ਗਏ ਤਾਂ ਫਿਰ ਕਿਉਂ ਨਹੀਂ ਇਹ ਸਾਡਾ ਸੱਦਾ ਪ੍ਰਵਾਨ ਕਰਕੇ ਕਿਉਂ ਨਹੀਂ ਉੱਥੇ ਆਉਂਦੇ? ਫਿਰ ਕਹਿੰਦੇ ਆ ਕਿ ਜਦੋਂ ਸਾਨੂੰ ਇਹ ਪ੍ਰਪੋਜ਼ਲ ਭੇਜਣਗੇ, ਬਈ ਅਸੀਂ ਤਾਂ ਪ੍ਰਪੋਜ਼ਲ ਤੁਹਾਨੂੰ ਦੇ ਚੁੱਕੇ ਹਾਂ, ਮੰਗ ਪੱਤਰ ਤੁਹਾਨੂੰ ਦਿੱਤੇ, ਜਿੰਨੀ ਵਾਰ ਤੁਹਾਡੇ ਕੋਲ ਮੀਟਿੰਗਾਂ ਹੋਈਆਂ ਉਨੀ ਵਾਰ ਅਸੀਂ ਤੁਹਾਨੂੰ ਸਮਝਾ ਚੁੱਕੇ, ਤੁਸੀਂ ਸਮਝ ਗਏ। ਤੁਸੀਂ ਪਹਿਲਾਂ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ, ਫਿਰ ਤੁਸੀਂ ਮੰਨਿਆ ਵੀ ਵਾਕਈ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਹਿੱਤ 'ਚ ਨਹੀਂ, ਤੇ ਤੁਸੀਂ ਇਹਨਾਂ 'ਚ ਸੰਸ਼ੋਧਨ ਕਰ ਲਓ, ਸਾਰਾ ਹੀ ਕਰ ਦਿਓ। ਇਹ ਜਦੋਂ ਤੁਸੀਂ ਮੰਨ ਲਿਆ, ਅਸੀਂ ਤੁਹਾਨੂੰ ਕਿਹਾ ਵੀ ਖਾਲੀ ਡੱਬਾ ਕਾਹਦੇ ਲਈ ਰੱਖ ਦਿਓ। ਫਿਰ ਜਦੋਂ ਮੰਨ ਕੇ ਤੇ ਮੁੱਕਰੇ ਨੇ, ਇਹਨਾਂ ਨੇ ਪਾਰਲੀਮੈਂਟ 'ਚ ਤੇ ਰਾਜ ਸਭਾ 'ਚ ਇਹ ਝੂਠ ਕਿਉਂ ਬੋਲਿਆ ਵੀ ਇਹ ਸਾਨੂੰ ਕਿਸਾਨ ਜਿਹੜੇ ਨੇ ਅਸੀਂ ਉਹਨਾਂ ਤੋਂ ਪੁੱਛਿਆ ਇਹਨਾਂ 'ਚ ਕਾਲਾ ਕੀ ਹੈ, ਇਹ ਸਾਨੂੰ ਕਾਲਾ ਦੱਸ ਹੀ ਨਹੀਂ ਸਕੇ। ਇਹ ਦੱਸੋ ਇਹਨਾਂ ਨਾਲ ਕੀ ਗੱਲ ਕਰੀਏ? ਅਸੀਂ ਤਾਂ ਅੱਜ ਵੀ ਸਾਨੂੰ ਸੱਦਾ ਭੇਜਣਗੇ, ਅਸੀਂ ਤਾਂ ਅੱਜ ਵੀ ਇੱਕ ਬੰਨੇ ਤਾਂ ਸਾਡੇ ਇਹਨਾਂ ਨੇ 26 ਜਨਵਰੀ ਨੂੰ ਕਿਸ ਤਰ੍ਹਾਂ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਉੱਥੇ ਕਿਲੇ ਦੇ ਦਰਵਾਜ਼ੇ ਖੁੱਲ੍ਹੇ ਛੱਡੇ, ਲਾਲ ਕਿਲਾ ਗਹਿਣੇ ਪਾਇਆ, ਲਾਲ ਕਿਲੇ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਉੱਥੇ ਆਪ ਮੁੰਡਿਆਂ ਨੂੰ ਜਿਹੜਾ ਸੀ ਅੰਦਰ ਕੀਤਾ, ਆਪ ਸਾਜ਼ਿਸ਼ ਦੇ ਤਹਿਤ ਸਭ ਕੁਝ ਕਰਕੇ ਖਾਲਿਸਤਾਨ ਦੇ ਇਹਨਾਂ ਨੇ ਨਾਰੇ ਜਿਹੜਾ ਸੀ ਝੰਡੇ ਜਿਹੜਾ ਸਾਡਾ ਕੇਸਰੀ ਨਿਸ਼ਾਨ ਆ ਉਹਨੂੰ ਇਹਨਾਂ ਨੇ ਖਾਲਿਸਤਾਨ ਦਾ ਝੰਡਾ ਛੱਡਿਆ। ਜਿਹੜਾ ਸਾਡਾ ਕੇਸਰੀ ਨਿਸ਼ਾਨ ਸਾਡਾ ਸ਼ਾਂਤੀ ਦਾ ਪ੍ਰਤੀਕ ਆ ਔਰ ਪੂਰੀ ਦੁਨੀਆ ਦੇ ਵਿੱਚ ਸਾਰੇ ਗੁਰਦੁਆਰਿਆਂ 'ਚ ਉਹ ਝੁੱਲ ਰਿਹਾ ਹੈ। ਉਹ ਜਦੋਂ ਵੀ ਕੋਈ ਜੰਗ ਹੁੰਦੀ ਆ ਹੁਣੇ ਚਾਈਨਾ ਦੇ ਨਾਲ ਉੱਥੇ ਜਦੋਂ ਗੜਬੜ ਹੋਈ, ਉੱਥੇ ਵੀ ਸਾਡੇ ਫੌਜੀਆਂ ਨੇ ਜਿਹੜੇ ਸਿੱਖ ਨੌਜਵਾਨ ਫੌਜੀ ਸੀ ਉਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਚਲਾਏ। ਉੱਥੇ ਰਾਜਨਾਥ ਜੀ ਜਾਂਦੇ ਨੇ, ਉਹ ਵੀ ਉੱਥੇ ਕੇਸਰੀ ਨਿਸ਼ਾਨ ਚਲਾਉਂਦੇ ਨੇ, ਬੋਲੇ ਸੋ ਜਕਾਰੇ ਛੱਡਦੇ ਨੇ, ਤੇ ਇਹਨਾਂ ਨੇ ਉਸ ਕੇਸਰੀ ਨਿਸ਼ਾਨ ਨੂੰ ਖਾਲਿਸਤਾਨ ਦਾ ਝੰਡਾ ਕਹਿ ਕੇ ਦੁਨੀਆ 'ਚ ਭੰਡਿਆ ਔਰ ਸਾਡਾ ਆਪਸੀ ਉਹ ਖਾਨਾ ਜੰਗੀ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਜਿਹੜਾ 1984 ਦੇ ਵਿੱਚ ਇਹਨਾਂ ਨੇ ਕਰਵਾਇਆ ਸੀ। ਸੋ ਇਹ ਇਹਨਾਂ ਦੀ ਸਾਜ਼ਿਸ਼ ਕੋਈ ਵੀ ਕਾਮਯਾਬ ਨਹੀਂ ਹੋਈ ਤੇ ਹੁਣ ਇਹ ਕਹਿੰਦੇ ਨੇ ਸਾਨੂੰ ਪ੍ਰਪੋਜ਼ਲ ਭੇਜਣ। ਪ੍ਰਪੋਜ਼ਲ ਅਸਾਂ ਭੇਜਣੀ ਆ? ਅਸੀਂ ਤਾਂ ਸੜਕਾਂ ਤੇ ਬੈਠੇ ਆ, ਤੁਹਾਡੇ ਇੱਥੇ ਦਰਵਾਜ਼ਿਆਂ ਤੇ ਬੈਠੇ ਆ, ਗੱਲ ਤੁਸੀਂ ਸੁਣਨੀ ਆ। ਆਓ ਸਾਡੇ ਨੂੰ ਸੱਦੋ। ਤੁਸੀਂ 22 ਤਰੀਕ ਨੂੰ ਨਰਿੰਦਰ ਤੋਮਰ ਜੀ ਨੇ ਇਹ ਗੱਲ ਕਹੀ ਕਿ ਇਹ ਵਿਗਿਆਨ ਭਵਨ ਦੇ ਅੱਜ ਦਰਵਾਜ਼ੇ ਬੰਦ ਨੇ, ਤੇ ਜਦੋਂ ਉਹਨਾਂ ਨੇ ਕਹਿਤਾ ਕਿ ਦਰਵਾਜ਼ੇ ਬੰਦ ਨੇ, ਸਾਨੂੰ ਕੀ ਪਤਾ ਦਰਵਾਜ਼ੇ ਖੁੱਲੇ ਕਿ ਨਹੀਂ ਖੁੱਲੇ। ਸਾਨੂੰ ਸੱਦਾ ਪੱਤਰ ਭੇਜਣ, ਇੱਕ ਬੰਨੇ ਸਾਡੇ ਨੌਜਵਾਨਾਂ ਨੂੰ
ਫੜੋ ਫੜੀ ਕਰਕੇ ਪੰਜਾਬ ਤੋਂ ਜੰਮੂ ਕਸ਼ਮੀਰ ਤੋਂ ਲਿਆ ਕੇ ਅੰਦਰ ਕਰੀ ਜਾਂਦੇ ਆ। ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਸਾਡੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰੀ ਜਾ ਰਹੇ ਆ। ਔਰ ਇੱਕ ਬੰਦੇ ਕਹਿੰਦੇ ਆ ਕਿ ਇਹ ਸਾਨੂੰ ਪ੍ਰਪੋਜ਼ਲ ਭੇਜਣ। ਇਹ ਪ੍ਰਪੋਜ਼ਲ ਕੀ ਭੇਜ ਗਏ ਸੀ? ਅਸੀਂ ਤਾਂ ਤੁਹਾਨੂੰ ਪਹਿਲਾਂ ਸਭ ਕੁਝ ਦੱਸ ਚੁੱਕੇ ਹਾਂ, ਤੁਸੀਂ ਦੱਸਣਾ ਹੈ। ਤੁਸੀਂ ਸਾਨੂੰ ਸੱਦੋ, Okay. ਦੱਸੋ ਗੱਲ ਕਰਨੀ ਹੈ ਕਿ ਨਹੀਂ। ਅਸੀਂ ਤਾਂ ਬੈਠੇ ਜੀ ਜੀ ਅਸੀਂ ਤਾਂ ਬੈਠੇ ਜੀ ਸਿਰਸਾ ਜੀ, ਹਾਂ। ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਮੋਦੀ ਸਰਕਾਰ ਗੱਲਬਾਤ ਕੇਵਲ ਖੜੋਤ ਦੀ ਨਹੀਂ ਹੈ, ਸਗੋਂ ਨਵੇਂ ਟਕਰਾਅ ਦਾ ਪੋਲੀਟੀਕਲ ਦੌਰ ਤੇ ਜਿਹੜਾ ਦੌਰ ਸ਼ੁਰੂ ਹੋ ਰਿਹਾ ਹੈ। ਇਹਨਾਂ ਮੁੱਦਿਆਂ ਤੇ ਜਿਹੜੇ ਉੱਠ ਰਹੇ ਸਵਾਲ ਆਪਾਂ ਕਰਾਂਗੇ ਸਵਾਲ ਇਸ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੇ ਜੁੜੇ ਦਰਸ਼ਕਾਂ ਦਾ ਸਵਾਗਤ। ਆਪਾਂ ਜਿਸ ਮੁੱਦੇ ਤੇ ਚਰਚਾ ਕਰ ਰਹੇ ਹਾਂ, ਸ਼ਿੰਦਰ ਜੀ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵੀ ਚੋਣਾਂ ਦੇ ਦੌਰ ਵੱਲ ਵੱਧ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਕੌਮੀ ਪੱਧਰ ਤੇ ਸੱਦਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਦੇ ਖਿਲਾਫ, ਅਸੀਂ ਦੂਜੀ ਕੋਈ ਧਿਰ ਹੋਵੇ ਚਾਹੇ ਵੋਟਾਂ ਮੰਗਾਂਗੇ ਉਸ ਦੇ ਖਿਲਾਫ। ਕੱਲ੍ਹ ਨੂੰ ਪੰਜਾਬ ਦੀ ਵਾਰੀ ਵੀ ਆਏਗੀ। ਜੇ ਮੌਜੂਦਾ ਸਥਿਤੀ ਇਦਾਂ ਬਣੀ ਰਹਿੰਦੀ ਹੈ ਤਾਂ ਭਾਜਪਾ ਨੂੰ ਪੰਜਾਬ 'ਚ ਕਿਹੋ ਜਿਹਾ ਸਾਹਮਣਾ ਕਰਨਾ ਪਏਗਾ? ਸ਼ਿਵਿੰਦਰ ਜੀ, ਤੁਸੀਂ ਕਿਵੇਂ ਦੇਖਦੇ ਹੋ? ਮੈਂ ਜਗਤਾਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਜਿਹੜੇ ਰਾਜਨੀਤਿਕ ਅੱਗੇ ਦੌਰ ਆਉਣਾ ਹੈ, 2022 ਦੀਆਂ ਚੋਣਾਂ ਲਗਭਗ 1 ਸਾਲ ਹੀ ਬਾਕੀ ਹੈ। ਖਾਸ ਕਰਕੇ ਜੇ ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਟਾਈਮ ਬੀਜੇਪੀ ਦੇ, ਮੈਂ ਸਮਝਦਾ ਹਾਂ ਕਿ ਅਕਾਲੀ ਦਲ ਦੇ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਮੈਂ ਨਹੀਂ ਸਮਝਦਾ ਕਿ ਬੀਜੇਪੀ ਦਾ ਕੁਝ ਵੀ ਇੱਥੇ ਵਟਿਆ ਜਾਊਗਾ। ਤੇ ਜੇ ਗੱਲ ਕੀਤੀ ਜਾਵੇ, ਇਹਨਾਂ ਨੇ ਪਹਿਲੀ ਵਾਰ ਇਲੈਕਸ਼ਨ ਲੜਿਆ ਜਿਹੜਾ ਮਿਊਨਿਸਪੈਲਿਟੀ ਦਾ ਇਹਨਾਂ ਨੇ ਇੰਡੀਪੈਂਡੈਂਟ ਪਹਿਲੀ ਵਾਰ ਇਲੈਕਸ਼ਨ ਲੜਿਆ। ਤੇ ਤੁਸੀਂ ਇਹ ਦੇਖੋ ਕਿ ਸਿਰਫ ਤੇ ਸਿਰਫ ਇਹ ਕਹਿੰਦੇ ਕਿ ਸਾਡੀ ਨੈਸ਼ਨਲ ਪਾਰਟੀ ਸਿਰਫ ਤੇ ਸਿਰਫ 25 ਸੀਟਾਂ ਪੰਜਾਬ ਦੇ ਵਿੱਚ ਇਹਨਾਂ ਨੇ 25 ਸੀਟਾਂ ਤੇ ਇਹਨਾਂ ਦੇ ਐਮਸੀ ਜਿੱਤੇ, ਤੇ ਥਾਂ ਤੇ ਇਹਨਾਂ ਦੇ ਲੀਡਰਾਂ ਦਾ, ਇਹਨਾਂ ਦੇ ਪਾਰਟੀ ਪ੍ਰਧਾਨਾਂ ਦਾ, ਇਹਨਾਂ ਦੇ ਐਮਐਲਏ ਜਿਹੜੇ ਸਾਬਕਾ ਨੇ ਜਾਂ ਸੈਂਟਰ ਦੇ ਮਿਨਿਸਟਰ ਨੇ ਜਾਂ ਕੇਂਦਰ ਦੇ ਜਿਹੜੇ ਹੁਣ ਚੇਅਰਮੈਨ ਬਣੇ ਨੇ ਵਿਜੇ ਸਾਂਪਲਾ ਜੀ, ਜਿਹੜੇ ਮੈਂ ਕਹਿੰਦੇ ਐਸਪੀ ਕਮਿਸ਼ਨ ਦੇ, ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਲੋਕਾਂ ਦਾ, ਕਿਸਾਨ ਜਥੇਬੰਦੀਆਂ ਦਾ। ਤੇ ਮੈਂ ਨਹੀਂ ਸਮਝਦਾ ਕਿ 2022 ਦੇ ਵਿੱਚ ਕਿਤੇ ਵੀ ਇਹਨਾਂ ਨੂੰ ਸੋਚਣ ਦੀ ਲੋੜ ਹੈਗੀ ਪੰਜਾਬ ਦੇ ਵਿੱਚ ਇਹਨਾਂ ਦਾ ਹੋਊਗਾ। ਮੈਂ ਸਮਝਦਾ ਵਾਂ ਕਿ ਜੇ ਵਾਕਈ ਇਹ ਕਿਸਾਨ ਹਿਤੈਸ਼ੀ ਹੁੰਦੇ ਨੇ ਤੇ ਮੈਂ ਸਮਝਦਾ ਕਿ ਜਿਵੇਂ ਸਾਡੇ ਸਰਦਾਰ ਬਲਦੇਵ ਸਿੰਘ ਸਰਸਾ ਜੀ ਤੇ ਹੋਰ 31 ਕਿਸਾਨ ਜਥੇਬੰਦੀਆਂ ਦੇ ਹੋਰ ਆਗੂ 32 ਜਥੇਬੰਦੀਆਂ ਦੇ ਆਗੂ ਸਾਹਿਬਾਨ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜੇ ਉਹ ਪੰਜਾਬ ਦੇ ਵਿੱਚ ਥੋੜੀ ਆਪਣੀ ਜੇ ਸ਼ਾਖ ਬਚਾਉਣਾ ਚਾਹੁੰਦੇ ਆ, ਤੇ ਮੈਂ ਬਲਦੇਵ ਸਿੰਘ ਸਰਸਾ ਜੀ ਦੀ ਜਿਹੜੀ ਗੱਲ ਨਾਲ ਬਿਲਕੁਲ ਹੀ ਸਹਿਮਤ ਆ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਵੀ ਸਟੇਜਾਂ ਲੱਗੀਆਂ ਹੋਈਆਂ ਨੇ, ਲੋਕ ਬੈਠੇ ਹੋਏ ਨੇ, ਇਹ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਨੇ, ਸਾਡੇ ਪੰਜਾਬ ਦੇ ਕਿਸਾਨ ਨੇ, ਜਿਹੜੇ ਅੰਨਦਾਤਾ ਨੇ, ਤੇ ਜੇ ਉੱਥੇ ਆ ਕੇ ਜੇ ਕੋਈ ਨੁਮਾਇੰਦਾ ਪਾਰਟੀ ਦਾ ਜਾਂ ਸੈਂਟਰ ਦਾ ਕੋਈ ਮੰਤਰੀ ਜਾਂ ਅਮਿਤ ਸ਼ਾਹ ਜੀ ਦੀ ਗੱਲ ਕਰੀ ਜਾਂ ਮੋਦੀ ਜੀ ਦਾ ਕੋਈ ਨੁਮਾਇੰਦਾ ਉੱਥੇ ਕਹਿੰਦਾ ਕਿ ਕੋਈ ਪੱਥਰ ਦਿਲ ਨਹੀਂ ਹੈਗੇ, ਇਹਨਾਂ ਦੇ ਵਿੱਚ ਇਹ ਵੀ ਇੱਕ ਨਰਮ ਦਿਲ ਇਨਸਾਨ ਨੇ। ਕਿਸਾਨ ਖਾਸ ਕਰਕੇ ਜਿੰਨਾ ਆਪਾਂ ਕਹਿ ਦਈਏ ਜਿੰਨੀ ਇਹਨਾਂ ਨੂੰ ਹਮਦਰਦੀ ਮਿਲਣੀ ਚਾਹੀਦੀ, ਉਹਨਾਂ ਨਫ਼ਰਤ ਦੇ ਪਾਤਰ ਬਣ ਚੁੱਕੇ ਨੇ ਮੈਂ ਕਹਿੰਦਾ ਭਾਰਤੀ ਜਨਤਾ ਪਾਰਟੀ ਵਾਲੇ। ਤੇ ਜੇ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਵਿਰੋਧ ਦੀ ਗੱਲ, ਤੁਸੀਂ ਇਹ ਦੇਖਿਆ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 5 ਐਮਸੀਡੀ ਦੀਆਂ ਇਲੈਕਸ਼ਨਾਂ ਹੋਈਆਂ ਨੇ ਦਿੱਲੀ ਦੇ ਵਿੱਚ ਤੇ 4 ਵਿੱਚ, ਤੇ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹਨਾਂ ਨੂੰ ਕਿਤੇ ਵੀ ਜੇ ਜਿਹੜੇ ਕਾਲੇ ਕਾਨੂੰਨ ਥਾਂ ਤੇ ਸਾਹਮਣਾ ਕਰਨਾ ਪਏਗਾ। ਜੀ ਸ਼ਿਵਿੰਦਰ ਜੀ, ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਗਰੇਵਾਲ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਦੇ, ਅਕਾਲੀ ਦਲ ਦੇ, ਤੇ ਸਿਰਸਾ ਜੀ ਨੇ ਜਿਹੜਾ ਕਿਹਾ, ਤੁਸੀਂ ਗੱਲਬਾਤ ਦੀ ਗੱਲ ਕੀਤੀ ਹੈ। ਸਿਰਸਾ ਜੀ ਨੇ ਕਿਹਾ ਕਿ ਗੱਲਬਾਤ ਅਸੀਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ, ਗੱਲਬਾਤ ਤਾਂ ਕੇਂਦਰ ਸਰਕਾਰ ਨੇ ਸੱਦਾ ਦੇਣਾ, ਗੱਲਬਾਤ ਦਾ ਸੱਦਾ ਦੇਵੇ ਤਾਂ ਸਹੀ, ਕਿਸੇ ਸੰਜੀਦਗੀ ਦਾ ਉਹਦੇ ਚੋਂ ਝਲਕ ਨਜ਼ਰ ਆਉਣੀ ਚਾਹੀਦੀ ਹੈ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਜੇ ਮੌਜੂਦਾ ਸਥਿਤੀਆਂ ਬਣੀਆਂ ਰਹੀਆਂ ਤਾਂ ਦੂਜੀਆਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਲਈ ਬਹੁਤ ਮੁਸ਼ਕਲ ਹੋਏਗੀ ਜੇ ਕਿਸਾਨੀ ਦੇ ਸੰਕਟ ਤੋਂ ਭਾਜਪਾ ਬਾਹਰ ਨਹੀਂ ਆ ਰਹੀ। ਜੀ ਗਰੇਵਾਲ ਜੀ। ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਮੁਸ਼ਕਲਾਂ ਦੇਖੀਆਂ ਨੇ ਔਰ ਅੱਗੇ ਵੀ ਤਿਆਰ ਆ ਦੇਖਣ ਵਾਸਤੇ। ਵੈਸਟ ਬੰਗਾਲ ਦੇ ਅੰਦਰ ਸਾਡੇ 130 ਵਰਕਰ ਸ਼ਹੀਦ ਕਰਤੇ, ਉਸ ਦੇ ਬਾਵਜੂਦ ਵੀ ਅਸੀਂ ਉੱਥੇ ਬਹੁਤ ਬੜੀ ਜਿੱਤਣ ਜਾ ਰਹੇ ਹਾਂ। ਔਰ ਇਸੇ ਤਰ੍ਹਾਂ ਕਸ਼ਮੀਰ 'ਚ ਜਿਹੜੀ ਵੈਲੀ ਆ, ਉੱਥੇ ਸਾਡੇ ਹਰ ਵਾਰ 26 ਵਿਧਾਨ ਸਭਾ ਸੀਟਾਂ ਸੀ, ਹਰ ਵਾਰ 4, 5, 6 ਉਮੀਦਵਾਰਾਂ ਨੂੰ ਮੌਤ ਦੇ ਘਾਟ ਉਤਾਰਦੇ ਸੀ, ਸ਼ਹੀਦ ਕਰਦੇ ਸੀ। ਉਸ ਦੇ ਬਾਵਜੂਦ ਵੀ ਅਸੀਂ ਉੱਥੇ ਜਿੱਤ ਕੇ ਸਰਕਾਰ ਵੀ ਬਣਾਈ।
ਤੇ ਹੁਣ ਵੀ ਅਸੀਂ ਚੋਣਾਂ ਲੜੀਆਂ ਨੇ ਔਰ ਉੱਥੇ ਚਲੋ ਗਰੇਵਾਲ ਜੀ, ਜਿਹੜਾ ਬੰਗਾਲ ਦੀ ਜਾਂ ਜੰਮੂ ਕਸ਼ਮੀਰ ਦੀ ਗੱਲ ਹੈ, ਜਗਤਾਰ ਜੀ ਮੇਰੀ ਗੱਲ ਤੇ ਸੁਣ ਲਓ, ਤੁਸੀਂ ਮੈਨੂੰ ਗੱਲ ਕਹਿਣ ਦਾ ਮੌਕਾ ਦਿਓ। ਤੇ ਦੂਜੀ ਗੱਲ ਜਿਹੜੀ ਇਹ ਤਾਂ ਰਹੀ ਅਲੱਗ ਚੀਜ਼, ਤੇ ਜਿਹੜਾ ਇਹ ਕਹਿੰਦੇ ਕਾਲੇ ਕਾਨੂੰਨ ਕਿਹਾ ਵੀ ਤੁਸੀਂ ਦੱਸ ਨਹੀਂ ਸਕੇ। ਭਾਈ ਅਸੀਂ ਕਾਨੂੰਨਾਂ ਦੇ ਅੰਦਰ ਕੋਈ ਚੀਜ਼ ਉਹਦੇ ਚੋਂ ਕੱਟੀ ਨਹੀਂ ਹੈ। ਜਿਹੜੇ ਕਿਸਾਨਾਂ ਨੇ ਖਦਸ਼ੇ ਜ਼ਾਹਰ ਕੀਤੇ ਅਸੀਂ ਉਹਦੇ 'ਚ ਜੋੜੀਆਂ ਨੇ, ਕੋਈ ਅਲੱਗ ਥਲੱਗ ਕੁਛ ਨਹੀਂ ਕੀਤਾ। ਜੇ ਕਾਨੂੰਨ ਗਲਤ ਹੁੰਦੇ ਤਾਂ ਉਹਦੇ 'ਚ ਕੱਟਦੇ ਵੀ। ਤੇ ਜੋੜੀਆਂ ਕੀ ਨੇ? ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ, ਨਹੀਂ ਤਾਂ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜਾਊਗਾ। ਅਮਿਤ ਸ਼ਾਹ ਜੀ ਨੇ ਕਿਹਾ ਕੋਰਟ ਜਾਣ ਦਾ ਵੀ ਅਧਿਕਾਰ ਦਿੱਤਾ ਤੇ ਫਾਸਟ ਟਰੈਕ ਕੋਰਟ ਵੀ ਬਣਾਤੀ। ਤੇ ਫਿਰ ਇਹਨਾਂ ਨੇ ਕਿਹਾ ਵੀ ਮੰਡੀ ਦੇ ਬਾਹਰ ਵੀ ਉਹੀ ਕਾਨੂੰਨ ਹੋਵੇ, ਅੰਦਰ ਵੀ ਉਹੀ ਹੋਵੇ। ਤਾਂ ਉਹਨਾਂ ਨੇ ਕਿਹਾ ਵੀ ਸਟੇਟ ਗਵਰਨਮੈਂਟ ਦਾ ਹੀ ਕਾਨੂੰਨ ਬਾਹਰ ਲਾਗੂ ਹੋਊਗਾ, ਉਹੀ ਅੰਦਰ ਹੋਊਗਾ, ਤੇ ਉਸੇ ਤਰ੍ਹਾਂ ਹੀ ਟੈਕਸ ਲੱਗੂ, ਤੇ ਉਸੇ ਤਰ੍ਹਾਂ ਹੀ ਉਹ ਆੜ੍ਹਤੀ ਹੀ ਬਾਹਰ ਵੀ ਖਰੀਦ ਵੇਚ ਕਰੇਗਾ। ਗਰੇਵਾਲ ਜੀ ਮਿਹਰਬਾਨੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕੁਛ ਨਹੀਂ ਕਿਹਾ ਸਰ, ਤੁਸੀਂ ਸਹੀ ਕਹਿ ਰਹੇ ਹੋ। ਮੇਰੀ ਬੇਨਤੀ ਇੰਨੀ ਕਹਿ ਕਿ ਇਸ ਮੁੱਦੇ ਤੇ ਆਪਾਂ ਅੱਗੇ ਵੀ ਦੇਖੋ ਡਿਬੇਟਾਂ ਕਰ ਚੁੱਕੇ ਹਾਂ। ਆਪਾਂ ਕਹਿੰਦੇ ਆ ਕਿ ਤੁਸੀਂ ਸੋਧ ਦੀ ਗੱਲ ਕਰ ਲਓ, ਆਪਾਂ ਇਹ ਗੱਲਾਂ ਮੰਨਣ ਲਈ ਤਿਆਰ ਹਾਂ। ਪਰ ਕਿਸਾਨ ਨੇਤਾ ਤਾਂ ਕਹਿ ਰਿਹਾ ਕਿ ਸੋਧਾਂ ਸਾਨੂੰ ਪ੍ਰਵਾਹ ਨਹੀਂ ਨਾ ਜੀ, ਇਸ ਕਰਕੇ ਡਿਸਕਸ਼ਨ ਜਿਹੜੀ ਹੈਗੀ ਹੈ ਇੱਥੇ ਆ ਕੇ ਖੜ ਜਾਂਦੀ ਹੈ। ਉਹ ਕਹਿੰਦੇ ਵੀ ਜੀ ਸਾਡੀ ਜਗਤਾਰ ਜੀ, ਸਾਡੀ ਸਰਕਾਰ ਨੇ ਇੱਕ ਚੀਜ਼ ਕਲੀਅਰ ਕਰਤੀ ਆ, ਪਹਿਲੇ ਦਿਨ ਤੋਂ ਕਲੀਅਰ ਆ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਔਰ ਇਹਦੇ 'ਚ ਤਰਮੀਮ ਜਿਹੜੀ ਵੀ ਕਰਨੀ ਹੋਵੇ ਉਹ ਹੋ ਸਕਦੀ ਆ। ਔਰ ਇਹਨਾਂ ਨੂੰ ਇਹ ਵੀ ਕਹਿਤਾ ਕਿ ਭਾਈ ਕਾਨੂੰਨ ਹੋਲਡ ਤੇ ਪਾ ਦਿੰਦੇ ਆ, ਤੇ ਤੁਸੀਂ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ, 4 ਦੀ ਅਸੀਂ ਦਿੰਦੇ ਆ, ਇੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜੱਜ ਲਾ ਦਿੰਦੇ ਆ ਵਿੱਚ, ਤੇ ਤੁਸੀਂ ਜਿਹੋ ਜਿਹਾ ਕਾਨੂੰਨ ਬਣਾਉਣਾ ਬੈਠ ਕੇ ਬਣਾ ਲਓ। ਇਸੇ ਤਰ੍ਹਾਂ MSP ਤੇ ਵੀ ਕਿਹਾ, ਤੇ ਇਹ ਉਸ ਤੇ ਵੀ ਤਿਆਰ ਨਹੀਂ। ਫਿਰ ਇਹਨਾਂ ਨੂੰ ਇਹ ਕਿਹਾ ਕਿ ਜੇ ਮਾਡਲ ਐਕਟ ਦੇ ਦਿੰਦੇ ਆ ਪੂਰੇ ਦੇਸ਼ ਨੂੰ, ਜਿਹੜੀ ਸਟੇਟ ਨੇ ਲਾਗੂ ਕਰਨਾ ਕਰ ਲੈ, ਜਿਹੜੀ ਨੇ ਨਹੀਂ ਕਰਨਾ ਨਾ ਕਰੇ, ਉਸ ਤੇ ਵੀ ਇਹ ਤਿਆਰ ਨਹੀਂ ਹੋਈ। ਤਾਂ ਹੁਣ ਕਿਸ ਚੀਜ਼ ਤੇ ਤਿਆਰ ਹੋਣਾ ਚਾਹੁੰਦੇ ਆ? ਤੇ ਕਾਨੂੰਨ ਤਾਂ ਰਹਿਣੇ ਹੀ ਰਹਿਣੇ ਆ, ਕਾਨੂੰਨ ਤਾਂ ਵਿਵਸਥਾ ਚਲਾਉਣ ਲਈ ਰਹਿਣੇ ਆ। ਇਸ ਲਈ ਜਿਹੜੀਆਂ ਗੱਲਾਂ ਇਹ ਕਰਦੇ ਨੇ ਉਹ ਤਾਂ ਨਹੀਂ ਚੱਲਣੀਆਂ ਹੈਗੀਆਂ। ਉਹ ਸਾਫ਼ ਕਹਿਤਾ, ਚਾਹੇ ਹਮਲੇ ਕਰਨ, ਚਾਹੇ ਹੱਤਿਆ ਕਰਨ, ਜੋ ਅਸੀਂ ਲੋਕਤੰਤਰ 'ਚ ਵਿਸ਼ਵਾਸ ਰੱਖਦੇ ਹਾਂ। ਅਸੀਂ ਦੇਸ਼ ਦੇ ਅੰਦਰ, ਸੂਬੇ ਦੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਗਰ ਸਾਨੂੰ ਸ਼ਹੀਦ ਵੀ ਕਰਨਗੇ ਤਾਂ ਉਹ ਵੀ ਸਾਡੇ ਵਰਕਰ ਤਿਆਰ ਨੇ। ਗਰੇਵਾਲ ਜੀ, ਸ਼ਹਾਦਤ ਵਾਲੀ ਕੋਈ ਗੱਲ ਉਹਨਾਂ ਨੇ ਸਿਰਸਾ ਜੀ ਨੇ ਵੀ ਨਹੀਂ ਕਹੀ। ਉਹ ਤਾਂ ਇਹ ਕਹਿ ਰਿਹਾ ਕਿ ਸਾਡੇ ਆਪਣੇ ਕਿਸਾਨ ਹੀ ਜਿਹੜਾ ਹੈਗਾ 250 ਤੋਂ ਉੱਪਰ 300 ਦੇ ਕਰੀਬ ਸ਼ਹਾਦਤਾਂ ਪਾ ਚੁੱਕੇ ਹੈ ਕਿਸਾਨੀ ਅੰਦੋਲਨ ਦੇ 'ਚ। ਜਿੱਦਾਂ ਤੁਸੀਂ ਗੱਲ ਕਰੀ ਹੈ ਜੰਮੂ ਕਸ਼ਮੀਰ 'ਚ, ਬੰਗਾਲ 'ਚ ਭਾਜਪਾ ਦੇ ਵਰਕਰ ਸ਼ਹਾਦਤਾਂ ਪਾ ਗਏ ਹੈ। ਕਿਸਾਨ ਜਿਹੜੇ ਸ਼ਹਾਦਤ ਪਾ ਗਏ ਉਹਨਾਂ ਨੇ ਤਾਂ ਕੁਰਸੀਆਂ ਨਹੀਂ ਚਾਹੀਦੀਆਂ ਸੀ ਜੀ, ਉਹਨਾਂ ਨੇ ਤਾਂ ਨਾ ਸੱਤਾ ਹਾਸਲ ਕਰਨੀ ਸੀ, ਉਹ ਤਾਂ ਖੇਤੀ ਕਾਨੂੰਨਾਂ ਲਈ ਸ਼ਹਾਦਤ ਪਾ ਗਏ ਨਾ। ਉਹਨਾਂ ਦੇ ਮੱਥੇ ਤੇ ਤਾਂ ਕਿਸੇ ਨੇ ਤਿਲਕ ਨਹੀਂ ਲਾਉਣਾ, ਨਾ ਹੀ ਕੋਈ ਵਿਧਾਨ ਸਭਾ ਦੀ ਕੁਰਸੀ, ਨਾ ਹੀ ਕੋਈ ਮੰਤਰੀ, ਨਾ ਹੀ ਕੋਈ ਕਿਸੇ ਕਾਰਪੋਰੇਸ਼ਨ ਦਾ ਚੇਅਰਮੈਨ। ਉਹ ਤਾਂ ਮੁੱਦਿਆਂ ਦੀ ਲੜਾਈ ਲੜਦੇ ਸ਼ਹੀਦ ਹੋ ਗਏ। ਉਹ ਤਾਂ ਗਰੇਵਾਲ ਜੀ ਮੁੱਦਿਆਂ ਦੀ ਲੜਾਈ ਲੜਦੇ ਸ਼ਹੀਦ ਹੋ ਗਏ। ਇੱਕ ਮਿੰਟ ਇੰਨੇ ਤੇਜ਼ ਨਾ ਹੋਵੋ। 2-4 ਮਹੀਨਿਆਂ ਦੇ ਅੰਦਰ ਨਵੀਂ ਪੋਲੀਟੀਕਲ ਪਾਰਟੀ ਵੀ ਆਏਗੀ, ਸਭ ਕੁਝ ਹੋਏਗਾ, ਤੁਸੀਂ ਦੇਖ ਲੈਣਾ। ਅੱਜ ਤੁਹਾਨੂੰ ਮੈਂ ਕਹਿ ਰਿਹਾ। ਚਲੋ ਓਕੇ ਗਰੇਵਾਲ ਜੀ, ਇੱਕ ਸਵਾਲ ਦਾ ਜਵਾਬ, ਸਮਾਂ ਵੀ ਬੜਾ ਘੱਟ ਹੈ ਪਰ ਕਿਉਂਕਿ ਤੁਸੀਂ ਸਾਰੇ ਅੰਦੋਲਨ ਨਾਲ ਜੁੜੇ ਹੋਏ, ਇੱਕ ਜਵਾਬ ਜ਼ਰੂਰ ਜਿਹੜਾ ਵਿਰੋਧੀ ਧਿਰਾਂ ਨੇ ਕਿਹਾ, ਆਪ ਨੇ ਵੀ ਕਿਹਾ ਔਰ ਅਕਾਲੀ ਦਲ ਵੀ ਕਹਿ ਰਿਹਾ, ਜੇ ਕਿਸਾਨੀ ਅੰਦੋਲਨ ਤੇ ਸਹਿਮਤੀ ਨਹੀਂ ਹੋ ਰਹੀ, ਜਿੱਦਾਂ ਤੁਸੀਂ ਖੇਤੀ ਕਾਨੂੰਨਾਂ ਦੇ ਡੱਬਿਆਂ ਦੀ ਗੱਲ ਕਰਦੇ ਆ, ਉਹ ਕਹਿੰਦੇ ਫਿਰ ਭਾਜਪਾ ਦੇ ਡੱਬੇ ਪੰਜਾਬ ਚੋਂ ਖਾਲੀ ਨਿਕਲਣਗੇ ਜੇ ਸਹਿਮਤੀ ਨਹੀਂ ਹੁੰਦੀ। ਇਹ ਵੀ ਗਲਤਫਹਿਮੀ ਦੂਰ ਰੱਖਣ, ਇਹ ਵੀ ਪਤਾ ਲੱਗ ਜਾਊਗਾ। ਜਿਹੜਾ ਇਹ ਕਹਿੰਦੇ ਅਸੀਂ ਘੁੰਮਣ ਨਹੀਂ ਦੇਣੇ, ਅਸੀਂ ਪਿੰਡਾਂ ਚ ਆਉਣ ਨਹੀਂ ਦੇਣੇ, ਕੋਈ ਨਹੀਂ ਰੋਕ ਸਕਦਾ। ਬਿਲਕੁਲ ਸਭ ਜਾਣਗੇ, ਸਾਰਾ ਕੁਝ ਹੋਏਗਾ, ਤੁਸੀਂ ਦੇਖੀ ਚੱਲੋ। ਅਸੀਂ ਇਹ ਕਹਿ ਨਹੀਂ ਰਹੇ, ਇਹ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀਆਂ ਗੱਲਾਂ ਨਹੀਂ, ਇਹ ਡਿਕਟੇਟਰਸ਼ਿਪ ਵਾਲੇ ਲੋਕਾਂ ਦੀਆਂ ਗੱਲਾਂ ਨੇ। ਇਹ ਉਹੀ ਕਰਦੇ ਨੇ ਜਿਹੜੀ ਵਿਚਾਰਧਾਰਕ ਮੈਂ ਗੱਲ ਕਰ ਰਿਹਾ ਸੀ ਕਿ ਆਪਦੀ ਵਿਚਾਰਧਾਰਾ ਦੇ ਪੂਰਕ ਹੋਣਾ ਚਾਹੁੰਦੇ ਨੇ, ਕਿਸਾਨ ਹਿੱਤ ਨਹੀਂ ਕਰ ਰਹੇ। ਟਿਨੂ ਜੀ, ਤੁਸੀਂ ਗਰੇਵਾਲ ਸਾਹਿਬ ਦੇ ਕਮੈਂਟ ਸੁਣੇ ਆ, ਉਹਨਾਂ ਨੇ ਸਾਫ਼ ਇਹ ਗੱਲ ਕਹੀ ਹੈ ਕਿ ਅਸੀਂ ਤਿੰਨੇ ਖੇਤੀ ਕਾਨੂੰਨ, ਇਹ ਗੱਲ ਭੁਲੇਖਾ ਕੱਢ ਦਿਓ, ਰੱਦ ਨਹੀਂ ਹੋਣਗੇ। ਜਿੱਥੋਂ ਤੱਕ ਅਕਾਲੀ ਦਲ ਜਾਂ ਆਮ ਜਾਂ ਦੂਜੀ ਕਿਸੇ ਰਾਜਸੀ ਧਿਰ ਨੂੰ ਇਹ ਗਲਤਫਹਿਮੀ ਹੈ ਕਿ ਪੰਜਾਬ 'ਚ ਕੱਲ੍ਹ ਨੂੰ ਚੋਣਾਂ ਆਉਣਗੀਆਂ ਤਾਂ ਡੱਬੇ ਖਾਲੀ ਨਿਕਲਣਗੇ ਭਾਜਪਾ ਦੇ, ਉਹ ਕਹਿੰਦੇ ਇਹ ਗਲਤਫਹਿਮੀ ਵੀ ਦੂਰ ਕਰ ਦੇਣਗੇ, ਚੋਣਾਂ ਆ ਲੈਣ ਦਿਓ। ਜੀ ਟਿਨੂ ਜੀ, ਦੇਖੋ ਸਿੱਧੂ ਸਾਹਿਬ, ਇਹ ਮੈਂ ਇਹਨਾਂ ਦੀਆਂ ਇਹੀ ਗੱਲਾਂ ਸੁਣਦੇ ਨੂੰ ਮੈਨੂੰ 4 ਮਹੀਨੇ ਹੋ ਚੱਲੇ ਆ। ਬਹੁਤ ਸਾਰੇ TV ਡਿਬੇਟ ਤੇ, ਬਹੁਤ ਸਾਰੇ ਪ੍ਰੋਗਰਾਮਾਂ 'ਚ ਇਹੀ ਬਿਲਕੁਲ ਇਹੀ ਗੱਲ ਕਰਦੇ ਗਰੇਵਾਲ ਸਾਹਿਬ। ਸੋ ਗੱਲ ਇਹ ਦੇਖੋ, ਆਪਾਂ ਇਹਦੇ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਕਿੰਨੀਆਂ ਜਾਨਾਂ ਚਲੇ ਗਈਆਂ ਉੱਥੇ ਦਿੱਲੀ ਸੰਘਰਸ਼ ਦੇ ਵਿੱਚ।
ਕਿਸੇ ਨੂੰ ਸ਼ੌਂਕ ਨਹੀਂ ਉੱਥੇ ਜਾ ਕੇ ਇਸ ਮਜਬੂਰੀ ਵਿੱਚ ਬੈਠਣ ਦਾ। ਤੇ ਤੁਸੀਂ ਦੇਸ਼ ਲਈ ਸਰਕਾਰ ਚਲਾ ਰਹੇ ਆ ਤੇ ਤੁਸੀਂ ਲੋਕਾਂ ਦਾ ਕੁਝ ਫਿਕਰ ਕਰੋ। ਪਹਿਲਾਂ ਤੁਸੀਂ ਗਰੇਵਾਲ ਸਾਹਿਬ ਕਹਿੰਦੇ ਹੁੰਦੇ ਸੀ ਆਓ ਸਾਡੇ ਨਾਲ ਚੱਲੋ, ਅਸੀਂ ਗੱਲ ਕਰਾ ਦਿੰਦੇ ਹਾਂ ਤੁਹਾਡੀ। ਤੁਸੀਂ ਗਏ ਵੀ, ਤੁਸੀਂ ਕਿਹਾ ਵੀ ਜਾ ਕੇ, ਪਰ ਤੁਹਾਡੀ ਉਹਨਾਂ ਨੇ ਸੁਣੀ ਨਹੀਂ, ਮਾਫ ਕਰਨਾ। ਆਪਣੇ ਜਿਆਣੀ ਸਾਹਿਬ ਵੀ ਗਏ ਸੀ, ਉਹਨਾਂ ਦੀ ਵੀ ਨਹੀਂ ਸੁਣੀ, ਤਾਂ ਫਿਰ ਤੁਹਾਨੂੰ ਉਹਨਾਂ ਨੇ ਮੋੜ ਦਿੱਤਾ। ਵਿਜੇ ਸਾਂਪਲਾ ਜੀ ਨੇ ਹੋਰ ਪਾਸੇ ਨੂੰ ਗੱਲ ਡਾਈਵਰਟ ਮੋੜਨ ਦੀ ਕੋਸ਼ਿਸ਼ ਕੀਤੀ ਸੀ ਬਈ ਪੰਜਾਬ 'ਚ ਕਿਸਾਨਾਂ ਦਾ ਦਲਿਤਾਂ ਦਾ ਆਪਸ 'ਚ ਕਲੈਸ਼ ਹੋ ਜਾਵੇ, ਲੇਕਿਨ ਦਲਿਤਾਂ ਨੇ ਬੜੀ ਸੂਝ-ਬੂਝ ਦਿਖਾਈ। ਉਹਨਾਂ ਨੂੰ ਪਤਾ ਦਲਿਤਾਂ ਨੂੰ ਵੀ ਸਾਡੇ ਸੰਵਿਧਾਨ ਨੂੰ ਖਤਰਾ ਹੈ ਨਰਿੰਦਰ ਮੋਦੀ ਦੀ ਸਰਕਾਰ ਤੋਂ, ਉਹਨਾਂ ਨੂੰ ਪਤਾ ਵੀ ਸਾਡੀ ਰਿਜ਼ਰਵੇਸ਼ਨ ਨੂੰ ਖਤਰਾ ਹੈ ਨਰਿੰਦਰ ਮੋਦੀ ਦੀ ਸਰਕਾਰ ਤੋਂ, ਉਹਨਾਂ ਨੂੰ ਪਤਾ ਵੀ ਸਾਰਾ ਲੋਕਤੰਤਰ ਜਿਹੜਾ ਖਤਮ ਹੋ ਜਾਏਗਾ। ਇਸ ਕਰਕੇ ਦਲਿਤਾਂ ਨੇ ਬਿਲਕੁਲ ਤੁਹਾਡਾ ਕਹਾ ਨਹੀਂ ਮੰਨਿਆ, ਤੁਹਾਡੇ ਟਰੈਪ 'ਚ ਨਹੀਂ ਆਏ, ਬਲਕਿ ਤੁਹਾਡੇ ਲੀਡਰਾਂ ਦਾ ਵਿਰੋਧ ਕੀਤਾ ਦਲਿਤਾਂ ਨੇ। ਤੇ ਦੇਖੋ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਬਈ ਪਹਿਲਾਂ ਤਾਂ ਵਿਜੇ ਸਾਂਪਲਾ ਜੀ ਨੂੰ ਤੁਸੀਂ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਦਿੱਤੀ ਬਈ ਤੁਸੀਂ ਕਾਬਲ ਨਹੀਂ, ਇੱਕ ਮਿਨਿਸਟਰ ਸੀ ਪਹਿਲਾਂ ਉਹ। ਫਿਰ ਉਹਨਾਂ ਨੂੰ ਹੁਣ ਤੁਸੀਂ ਇੱਕ ਸੰਸਦ ਤੋਂ, ਜਦੋਂ ਉਹਨਾਂ ਨੇ ਲੜਾਈ ਦਲਿਤਾਂ ਨਾਲ ਪਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨਾਂ ਨੂੰ ਰਾਸ਼ਟਰੀ SC/ST ਕਮਿਸ਼ਨ ਦਾ ਕੈਬਨਿਟ ਰੈਂਕ ਦਾ ਅਹੁਦਾ ਨਿਵਾਜ ਕੇ ਉਹਨਾਂ ਨੂੰ ਉੱਥੇ ਲਾ ਦਿੱਤਾ। ਇਸ ਸਮੇਂ ਤੇ ਉਹਨਾਂ ਨੂੰ ਲਾਉਣਾ, ਮੈਂ ਨਹੀਂ ਕਹਿੰਦਾ ਉਹ ਕਾਬਲ ਨਹੀਂ, ਪਰ ਇਸ ਸਮੇਂ 'ਚ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੂੰ ਲਾਉਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਜਿਹੜੀ ਆ ਉਹ ਕਿਸਾਨਾਂ ਨੂੰ ਉਹਨਾਂ ਦੇ ਅੰਦੋਲਨ ਨੂੰ ਹੋਰ ਪਾਸੇ ਨੂੰ ਤੋਰਨਾ ਚਾਹੁੰਦੀ ਆ। ਤੇ ਉਹ ਤੋੜਨ ਵਿੱਚ ਤੁਹਾਡੇ ਬੰਦਿਆਂ ਨੇ ਯੋਗਦਾਨ ਕੀਤਾ। ਪਹਿਲੀ ਦੂਜੀ ਗੱਲ, ਗਰੇਵਾਲ ਜੀ ਇਹ ਗੱਲ ਠੀਕ ਹੈ, ਰਾਜਨੀਤੀ 'ਚ ਲੋਕਾਂ ਵੋਟਾਂ ਪਾਉਣੀਆਂ ਹੁੰਦੀਆਂ। ਹੁਣ ਤੁਹਾਡੇ ਉਮੀਦਵਾਰਾਂ ਨੂੰ 9 ਵੋਟਾਂ ਪਈਆਂ, ਕਈਆਂ ਨੂੰ 2 ਵੋਟਾਂ ਪਈਆਂ। ਦੇਖੋ ਸਾਨੂੰ ਇਹ ਨਹੀਂ, ਸਾਨੂੰ ਸਾਰੇ ਪੰਜਾਬ ਦਾ ਫਿਕਰ ਆ। ਲੋਕਤੰਤਰ 'ਚ ਸਾਰੀਆਂ ਪਾਰਟੀਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਆ, ਕਹਿਣੀ ਵੀ ਚਾਹੀਦੀ, ਆਪਣੀ ਪਾਲਿਸੀ ਕਹਿਣੀ ਚਾਹੀਦੀ ਆ। ਪਰ ਤੁਸੀਂ ਇੰਨੀ ਜਿੱਦ ਨਾ ਕਰੋ, ਨਰਿੰਦਰ ਮੋਦੀ ਜੀ ਨੂੰ ਆਖੋ ਇੰਨਾ ਕੰਮ ਨਾ ਜਿੱਦ ਕਰੋ। ਇਹ ਕਿਸਾਨ ਆ, ਇਹ ਕੋਈ ਇਹ ਉਖਾੜੂ ਜਾਂ ਉਗਰਵਾਦੀ ਨਹੀਂ, ਇਹ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਰਹੇ ਆ, ਦੇਸ਼ ਨੂੰ ਖਿਲਾਉਂਦੇ ਰਹੇ ਆ, ਮਾੜੇ ਸਮਿਆਂ 'ਚ ਖਿਲਾਉਂਦੇ ਰਹੇ ਆ, ਬਾਰਡਰ ਤੇ ਲੜਾਈਆਂ ਲੜਦੇ ਰਹੇ ਆ। ਇਹ ਪੂਰੀ ਦੁਨੀਆ 'ਚ ਮਸ਼ਹੂਰ ਆ ਪੰਜਾਬ ਦੇ ਕਿਸਾਨ, ਪੰਜਾਬ ਦੇ ਸਿੱਖ ਜਿਹੜੇ ਆ। ਤੇ ਇਹਨਾਂ ਨਾਲ ਤੁਸੀਂ ਇਦਾਂ ਨਾ ਕਰੋ। ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸਾਰਿਆਂ 'ਚ ਹੀ ਦੁੱਖ ਆ। ਅੱਜ ਸਾਰੇ ਪੰਜਾਬ ਦੇ, ਚਾਹੇ ਉਹ ਹਿੰਦੂ ਹੋਵੇ ਚਾਹੇ ਵਪਾਰੀ ਹੋਵੇ, ਅੱਜ ਸਾਰੇ ਤੁਹਾਡੇ ਅਗੇਂਸਟ ਆ। ਤੁਹਾਨੂੰ ਪਤਾ ਲੱਗ ਰਿਹਾ ਸ਼ਹਿਰੀ ਵੋਟਾਂ ਤੋਂ ਤੁਹਾਨੂੰ ਗਰੇਵਾਲ ਸਾਹਿਬ ਇਸ ਗੱਲ ਦਾ ਗਿਆਨ ਹੋ ਵੀ ਗਿਆ ਹੋਣਾ, ਕਿਉਂਕਿ ਸ਼ਹਿਰੀਆਂ ਦੀ ਤੁਹਾਡੀ ਪਾਰਟੀ ਸ਼ਹਿਰੀਆਂ ਨੇ ਵੋਟਾਂ ਨਹੀਂ ਪਾਈ। ਥੈਂਕ ਯੂ ਟੀਨੂ ਜੀ, ਥੈਂਕ ਯੂ, ਤੁਹਾਡੀ ਗੱਲ ਆ ਗਈ। ਗਰੇਵਾਲ ਜੀ ਤੁਸੀਂ ਟੀਨੂ ਜੀ ਦੇ ਕਮੈਂਟ ਸੁਣਿਆ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੋਲੀਟੀਕਲ ਹਿੱਤਾਂ ਦੇ ਲਈ ਪੰਜਾਬ ਦੇ ਵਿੱਚ ਰਾਜਸੀ ਤੌਰ ਤੇ ਗੜਬੜ ਕਰਾਉਣ ਦੀ, ਦਲਿਤਾਂ ਦੇ ਮੁੱਦਿਆਂ ਤੇ ਦੂਜੇ ਮੁੱਦਿਆਂ ਤੇ ਕੋਸ਼ਿਸ਼ ਵੀ ਕੀਤੀ। ਪਿਛਲੇ ਜਿਹੜੇ ਨਤੀਜੇ ਆਏ ਆ ਉਹਨਾਂ ਦੇਖ ਲਿਆ ਕਿ ਸ਼ਹਿਰੀ ਵੋਟਰ ਨੇ ਵੀ ਤੁਹਾਨੂੰ ਨਕਾਰਤਾ ਹੈ। ਆਪਣੀ ਆਕੜ ਛੱਡ ਕੇ, ਗਲਤਫਹਿਮੀ ਛੱਡ ਕੇ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ। ਭਾਜਪਾ ਨੂੰ ਪੰਜਾਬ ਬਾਰੇ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਗਰੇਵਾਲ ਜੀ ਇਸ ਤਰ੍ਹਾਂ ਜਗਤਾਰ ਜੀ, ਦਲਿਤਾਂ ਦੀ ਅਗਰ ਗੱਲ ਕਰਦੀ ਆ ਤਾਂ ਭਾਰਤੀ ਜਨਤਾ ਪਾਰਟੀ ਕਰਦੀ ਆ। ਹੁਣ ਵਿਜੇ ਸਾਂਪਲਾ ਜੀ ਨੂੰ ਚੇਅਰਮੈਨ ਬਣਾਇਆ ਕੈਬਨਿਟ ਰੈਂਕ ਦੇ ਕੇ, ਔਰ ਮੁੱਖ ਮੰਤਰੀ ਵੀ ਭਾਜਪਾ ਨੇ ਹੀ ਦਲਿਤ ਨੂੰ ਬਣਾਉਣਾ। ਹੋਰ ਕਿਸੇ ਪੋਲੀਟੀਕਲ ਪਾਰਟੀ ਨੇ ਨਾ ਅੱਜ ਤੱਕ ਪੰਜਾਬ 'ਚ ਗੱਲ ਕੀਤੀ ਆ ਤੇ ਨਾ ਕਿਸੇ ਨੇ ਕਰਨੀ ਆ। ਇਸ ਕਰਕੇ ਤਾਂ ਧੰਨਵਾਦੀ ਹੋਣਾ ਚਾਹੀਦਾ ਬੀਜੇਪੀ ਨੇ ਕਿ ਉਹਨਾਂ ਨੇ ਗੱਲ ਤਾਂ ਚਲਾਈ। ਔਰ ਦੂਸਰੇ ਗਰੇਵਾਲ ਜੀ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ। ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ 'ਚ ਅਗਲੀ ਵਾਰੀ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ, ਉਹਦਾ ਚਿਹਰਾ ਜਿਹੜਾ ਕੋਈ ਦਲਿਤ ਨੇਤਾ ਹੋਏਗਾ, ਦਲਿਤ ਮੁੱਖ ਮੰਤਰੀ ਹੋਏਗਾ ਜਦੋਂ ਵੀ ਹੋਏਗਾ ਬੀਜੇਪੀ ਦਾ। ਤੇ ਇਸ ਕਰਕੇ ਇਹ ਜਿਹੜੀ ਗੱਲ ਆ ਇਹ ਭਾਜਪਾ ਨੇ ਕੀਤੀ ਆ, ਹੋਰ ਕਿਸੇ ਨੇ ਨਹੀਂ ਅੱਜ ਤੱਕ ਕੀਤੀ, ਰਾਜਨੀਤਿਕ ਦਲ ਨੇ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਜਗਤਾਰ ਜੀ ਕਿ ਬੀਜੇਪੀ ਹੀ ਗਰੀਬਾਂ ਦੀ ਗੱਲ ਕਰਦੀ ਆ। ਬੀਜੇਪੀ ਪਰਿਵਾਰਾਂ ਦੀ ਪਾਰਟੀ ਨਹੀਂ ਹੈ। ਕਿਸੇ ਹੁਣ ਸ਼੍ਰੋਮਣੀ ਅਕਾਲੀ ਦਲ ਆ ਜਾਂ ਕਾਂਗਰਸ ਆ, ਕਾਂਗਰਸ ਦੇ ਹੁੰਦੇ ਹੋਏ 27 ਪਰਿਵਾਰ ਨੇ ਜਿਹੜੇ ਰਾਜ ਕਰਦੇ ਆ। ਚਾਹੇ MLA ਜਿੰਨੇ ਮਰਜ਼ੀ ਬਣ ਜਾਣ, ਉਹਨਾਂ ਚੋਂ ਹੀ ਚੀਫ ਮਿਨਿਸਟਰ ਬਣਨਾ, ਉਹਨਾਂ ਚੋਂ ਹੀ ਮਿਨਿਸਟਰ ਬਣਨੇ ਆ। ਇਸੇ ਤਰ੍ਹਾਂ ਅਕਾਲੀ ਦਲ ਆ, ਉਹਨੇ ਤਾਂ ਕੰਮ ਹੀ ਸੌਖਾ ਕੀਤਾ ਹੋਇਆ। ਸਿਰਫ ਬੀਜੇਪੀ ਐਸੀ ਪਾਰਟੀ ਆ ਜਿਹੜੀ ਸਧਾਰਨ ਲੋਕਾਂ ਚੋਂ ਔਰ ਗਰੀਬਾਂ ਚੋਂ ਲਿਆ ਕੇ ਲੀਡਰ ਬਣਾਉਂਦੀ ਔਰ ਮੁੱਖ ਮੰਤਰੀ ਔਰ ਮਿਨਿਸਟਰ ਬਣਾਉਂਦੀ। ਬੀਜੇਪੀ ਕੋਈ ਪਾਰਟੀ ਆ ਜਿਹੜੀ ਸਿਰਸਾ ਸਾਹਿਬ, ਬੀਜੇਪੀ ਸਾਹਿਬ ਮੈਂ ਸਿਰਸਾ ਸਾਹਿਬ ਮੇਰਾ ਸਵਾਲ ਲੈ ਲਓ ਪਲੀਜ਼। ਗਰੇਵਾਲ ਸਾਹਿਬ ਨੇ, ਤੁਸੀਂ ਸ਼ਾਇਦ ਸੁਣਿਆ ਜਾਂ ਨਹੀਂ ਸੁਣਿਆ,
ਗਰੇਵਾਲ ਸਾਹਿਬ ਨੇ ਨਹੀਂ। ਕਿਹਾ ਕਿ ਅਗਲੇ 4-5 ਮਹੀਨਿਆਂ 'ਚ ਪਤਾ ਲੱਗ ਜਾਏਗਾ। ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਤੁਰੀਆਂ ਫਿਰਦੀਆਂ, ਇਹਨਾਂ ਨੇ ਪੋਲੀਟੀਕਲ ਪਾਰਟੀ ਬਣਾ ਲੈਣੀ ਆ ਅਗਲੀਆਂ ਚੋਣਾਂ ਤੱਕ। ਜੀ ਸਿਰਸਾ ਜੀ, ਇਹ ਤਾਂ ਸਮਾਂ ਦੱਸੇਗਾ ਵੀ ਅਸੀਂ ਕਿੰਨੇ ਕੁ ਰਾਜਨੀਤਿਕ ਹੈ, ਸਾਡਾ ਪਿਛੋਕੜ ਹੁਣ ਤੱਕ ਦਾ। ਇਹਨਾਂ ਨੇ ਤਾਂ ਕੋਈ ਨਾ ਕੋਈ ਨਵਾਂ ਹੀ ਸ਼ੋਸ਼ਾ ਛੱਡਣਾ। ਜਿਹੜੀ ਗੱਲ ਆ ਅੱਜ ਦੀ ਗੱਲ, ਉਹ 4-5 ਮਹੀਨਿਆਂ ਵਾਲੀ ਆਉਣ ਦੀ ਭਵਿੱਖ ਦੀ ਗੱਲ ਤਾਂ ਕਰ ਰਹੇ ਨੇ। ਗੱਲ ਅੱਜ ਦੀ ਕਰਨ ਕਿ ਅੱਜ ਜਿਹੜਾ ਮਸਲਾ ਕਿਸਾਨਾਂ ਦਾ, ਉਹਦੇ ਬਾਰੇ ਬੀਜੇਪੀ ਕੀ ਕਰ ਰਹੀ ਹੈ। ਇਹ ਕਹਿੰਦੇ ਆ ਗਰੀਬਾਂ ਦੀ ਪਾਰਟੀ ਆ। ਇਹ ਸਾਰਾ ਤੈਸ਼ ਨੇ ਦੇਸ਼ ਨੂੰ ਵਿਨਾਸ਼ ਕਰਨ ਵਾਲੇ ਪਾਸੇ, ਦੇਸ਼ ਦਾ ਐਸਾ ਨਾਸ਼ ਕਰੇਗੀ ਕਿ ਇੱਥੇ ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸੁਰੀ। ਇਹਨਾਂ ਨੇ ਕਿਸੇ ਨੂੰ ਰਹਿਣ ਹੀ ਨਹੀਂ ਦੇਣਾ। ਇਹ ਕਹਿੰਦੇ ਦਲਿਤਾਂ ਦੀ ਪਾਰਟੀ, ਇਹ ਲੋਕਾਂ ਦੀ ਪਾਰਟੀ। ਇਹ ਕਿਹੜੇ ਲੋਕਾਂ ਦੀ ਪਾਰਟੀ ਹੈ? ਇਹ ਕੇਵਲ ਸਰਮਾਏਦਾਰ ਵਰਗ ਦੀ। ਔਰ ਜਿੰਨੀ ਇਸ ਟਾਈਮ ਤੇ ਜ਼ਹਿਰ ਇਹ ਉਗਾੜ ਰਹੀ ਆ, ਫੈਲਾ ਰਹੀ ਆ ਲੋਕਾਂ 'ਚ ਫਿਰਕਾ ਪ੍ਰਸਤੀ, ਇਹ ਫੈਲਾ ਕੇ ਲੋਕਾਂ ਦਾ ਆਪਸ ਵਿੱਚ ਘਾਣ ਕਰਾਉਣਾ ਚਾਹੁੰਦੀ ਆ। ਆ 26 ਜਨਵਰੀ ਨੂੰ ਜੇਕਰ ਭਾਰਤ ਦਾ ਹਿੰਦੂ ਸਮਾਜ, ਮੈਂ ਸਲੂਟ ਕਰਦਾ ਸਮੁੱਚੇ ਹਿੰਦੂ ਸਮਾਜ ਨੂੰ, ਖਾਸ ਕਰਕੇ ਹਰਿਆਣਾ, ਰਾਜਸਥਾਨ, ਯੂਪੀ ਤੇ ਪੂਰੇ ਭਾਰਤ ਦੇ ਹਿੰਦੂ ਸਮਾਜ ਨੂੰ, ਇਹਨਾਂ ਨੂੰ ਮੰਨ ਲਿਆ ਕਿ ਇਹ ਫਿਰਕਾ ਪ੍ਰਸਤ ਲੋਕ ਨੇ। ਤੇ ਇਸ ਕਰਕੇ ਹੀ ਜਿਹੜਾ ਇਹਨਾਂ ਨੇ ਇੱਕ ਪੱਤਾ ਖੇਡਿਆ ਸੀ ਹਿੰਦੂ ਸਿੱਖਾਂ ਨੂੰ ਲੜਾਉਣ ਦਾ, ਘੱਟ ਗਿਣਤੀਆਂ ਦੇ ਆਪਸ ਇਹਨਾਂ ਦਾ ਖਾਤਮਾ ਕਰਾਉਣ ਦਾ ਇੱਕ ਸਾਜ਼ਿਸ਼ ਸੀ, ਉਹ ਇਹਨਾਂ ਦੀ ਜਿਹੜੀ ਸਿਰੇ ਨਹੀਂ ਚੜੀ। ਜਿਸ ਕਰਕੇ ਇਹ ਤਰ੍ਹਾਂ ਦੇ ਕਦੀ ਕੋਈ ਪੱਤਾ ਖੇਡਦੇ, ਕਦੀ ਇਹ ਗੱਲ 5 ਮਹੀਨਿਆਂ ਦੀ ਕਰਦੇ ਆ। ਅੱਜ ਦੀ ਕਰਨ, ਅੱਜ ਕੀ ਕਰ ਰਹੇ ਨੇ, ਅੱਜ ਕਿਸਾਨਾਂ ਨਾਲ ਕੀ ਗੱਲ ਕਰ ਰਹੇ ਆ, ਅੱਜ ਦੀ ਗੱਲ ਕਰਨ, ਅੱਜ ਦੱਸਣ। ਜੀ ਥੈਂਕ ਯੂ। ਟੀਨੂ ਜੀ, ਮੈਂ ਤੁਹਾਡੇ ਤੋਂ ਕਮੈਂਟਸ ਲੈਣਾ ਚਾਹੁੰਦਾ ਹਾਂ। ਗਰੇਵਾਲ ਸਾਹਿਬ ਨੇ ਕਿਹਾ ਕਿ ਅਗਲਾ ਮੁੱਖ ਮੰਤਰੀ ਦਲਿਤਾਂ ਦਾ ਹੋਏਗਾ। ਤੁਸੀਂ ਕਿਹੜੀ ਗੱਲ ਕਰਦੇ ਹੋ? ਪਰਿਵਾਰਵਾਦ ਦੀ ਗੱਲ ਤਾਂ ਕਹਿੰਦੇ ਅਕਾਲੀ ਦਲ ਤੋਂ ਵੱਡਾ ਹੋਰ ਕਿਹੜਾ ਹੋ ਸਕਦਾ ਹੈ? ਜੀ ਟੀਨੂ ਜੀ, ਦੇਖੋ ਗੱਲ ਇਹ ਆ ਵੀ ਰਾਜਨੀਤੀ ਵਿੱਚ ਕੋਈ ਵੀ ਇਹ ਗੱਲ ਕਹਿ ਸਕਦਾ ਆ, ਕੋਈ ਨਾਰਾ ਲਾਰਾ ਦੇ ਸਕਦਾ ਆ, ਲੇਕਿਨ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੀ ਮਾਨਸਿਕਤਾ ਜਿਹੜੀ ਉਹਨੂੰ ਦੇਖੋ ਕੀ ਆ। ਇਹਨਾਂ ਦੀ ਮਾਨਸਿਕਤਾ ਹੈਗੀ ਆ ਸਿਰਫ ਸਰਮਾਏਦਾਰ ਵਰਗ ਦੀ ਸੇਵਾ। ਸਿਰਫ ਜਿਹੜੇ ਆਪਣੇ ਸਵਰਨ ਲੋਕ ਆ ਉਹਨਾਂ ਦੀ ਸੇਵਾ ਕਰਨਾ। ਆਰਐਸਐਸ ਕੀ ਕਰ ਰਿਹਾ ਸਭ ਨੂੰ ਪਤਾ, ਮਾਈਨੋਰਟੀਆਂ ਦੇ ਖਿਲਾਫ ਸਾਰਾ ਛੜਯੰਤਰ ਰਚਦੇ ਆ, ਗਰੀਬ ਗੁਰਬਿਆਂ ਦੇ ਖਿਲਾਫ, ਐਸਸੀ ਬੀਸੀ ਦੇ ਖਿਲਾਫ ਛੜਯੰਤਰ ਰਚਦੇ ਆ। ਸੋ ਉਹ ਤਾਂ ਦੇਖੋ ਰਾਸ਼ਟਰਪਤੀ ਵੀ ਆ, ਉਹ ਵੀ ਦਲਿਤ ਆ। ਤੇ ਜੇ ਭਾਰਤੀ ਜਨਤਾ ਪਾਰਟੀ ਦਾ ਕੋਈ ਦਲਿਤ ਮੁੱਖ ਮੰਤਰੀ ਬਣ ਵੀ ਜਾਏਗਾ ਕਿਸੇ ਸੂਬੇ 'ਚ, ਪਰ ਮੈਂ ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਉਹ ਦਲਿਤਾਂ ਲਈ ਇੱਕ ਡੱਕਾ ਤੋੜ ਕੇ ਦੋਹਰਾ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹਨੂੰ ਇਹ ਬਣਾਉਂਦੇ ਆ, ਕਰਨ ਜੋਗਾ ਨਹੀਂ ਛੱਡਦੇ। ਆ ਜਿੰਨੇ ਹੁਣ ਵਜ਼ੀਰ ਆ, MP ਬਣੇ ਆ, ਇਹਨਾਂ ਦੇ ਕਾਫੀ ਐਸਸੀ। ਤੁਸੀਂ ਦੱਸੋ ਵੀ ਅੱਜ ਤੱਕ ਉਹ ਕਦੀ ਬੋਲੇ ਆ? ਕਦੀ ਉਹਨਾਂ ਨੇ ਆਪਣੇ ਸਮਾਜ ਵਾਸਤੇ ਕਦੀ ਮੂੰਹ ਖੋਲ੍ਹਿਆ? ਇਹ ਲੱਗੇ ਸੀ ਉਹ ਐਕਟ ਖਤਮ ਕਰਨ, ਇਹਨਾਂ ਦਾ ਕੋਈ MP ਨਹੀਂ ਬੋਲਿਆ, ਇਹਨਾਂ ਦਾ ਕੋਈ ਮਿਨਿਸਟਰ ਨਹੀਂ ਬੋਲਿਆ। ਸੋ ਇਹ ਮਿਨਿਸਟਰ ਬਣਾ ਸਕਦੇ ਆ, ਚੀਫ ਮਿਨਿਸਟਰ ਕਿਸੇ ਹੋਰ ਸੂਬੇ 'ਚ ਤਾਂ ਬਣਾ ਸਕਦੇ ਆ, ਲੇਕਿਨ ਉਸ ਵਰਗ ਨੂੰ ਆਜ਼ਾਦੀ ਨਹੀਂ ਦੇ ਸਕਦੇ। ਜੀ ਆਪਾਂ ਨੂੰ ਸਮਾਜ ਆਜ਼ਾਦੀ ਨਹੀਂ ਦੇ ਰਿਹਾ। ਟੀਨੂ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ। ਸੱਸਾ ਜੀ, ਤੁਹਾਡਾ ਲਾਸਟ ਕਮੈਂਟ ਮੈਂ ਲੈਣਾ ਚਾਹੁੰਦਾ ਇਸ ਮੁੱਦੇ ਤੇ। ਜੋ ਪ੍ਰਸਥਿਤੀਆਂ ਬਣੀਆਂ, ਗਰੇਵਾਲ ਸਾਹਿਬ ਨੇ ਤਾਂ ਚੁਣੌਤੀ ਦਿੱਤੀ ਹੈ ਕਿ ਤੁਹਾਡੇ ਬੰਗਾਲ, ਅਸਾਮ ਜੋ ਕਿਧਰੇ ਜਾਣ ਨਾਲ ਕੋਈ ਫਰਕ ਨਹੀਂ ਪਏਗਾ। ਕਿਸਾਨ ਜਥੇਬੰਦੀਆਂ ਆਪਣੇ ਫੈਸਲੇ ਤੇ ਕਾਇਮ ਹੈ, ਇਹਨਾਂ ਰਾਜਾਂ 'ਚ ਜਾ ਕੇ ਵਿਰੋਧ ਕਰਨਗੀਆਂ। ਸ਼ਮਿੰਦਰ ਜੀ, ਇਸ ਤੋਂ ਬਾਅਦ ਤੁਹਾਡੇ ਵੱਲ ਆ ਰਹੇ ਨੇ। ਬਿਲਕੁਲ ਕਰਨਗੀਆਂ ਜੀ, ਠੋਕ ਵਜਾ ਕੇ ਕਰਨਗੀਆਂ। ਔਰ ਮੋਦੀ ਨੂੰ ਇੱਕ ਵਾਰ ਨਾਨੀ ਸੁਖਨੇ ਯਾਦ ਕਰਾ ਦੇਣਗੇ ਇਸ ਅਮਿਤ ਸ਼ਾਹ ਤੇ ਮੋਦੀ ਨੂੰ, ਜਿਹੜੇ ਇਹ ਹੰਕਾਰ ਦੇ ਵਿੱਚ ਨੇ ਕਿ ਕੋਈ ਫਰਕ ਨਹੀਂ ਪੈਣਾ। ਇਹ ਤੇ ਸਮਾਂ ਦੱਸੇਗਾ। ਇਹ ਤਾਂ ਵੇਖੋ, ਪਹਿਲਾਂ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਸਾਂ, ਇਕੱਲਾ ਪੰਜਾਬ ਸੀ, ਹਰਿਆਣੇ 'ਚ ਗਿਆ, ਹਰਿਆਣਾ ਜੁੜ ਗਿਆ। ਉਸ ਤੋਂ ਬਾਅਦ ਰਾਜਸਥਾਨ, ਯੂਪੀ, MP, ਕੇਰਲਾ, ਜਿਸ ਤਰ੍ਹਾਂ ਹੁਣ ਅੱਜ ਵੀ ਤਾਮਿਲ ਤੋਂ ਲੋਕ ਆਏ, ਤੇ ਇਸੇ ਤਰ੍ਹਾਂ ਅੱਗੇ ਪੱਛਮੀ ਬੰਗਾਲ ਦੇ ਵਿੱਚੋਂ ਕਿਸ ਤਰ੍ਹਾਂ ਸਾਨੂੰ ਸੱਦੇ ਪੱਤਰ ਆ ਰਹੇ ਨੇ। ਇਹ ਤਾਂ ਸਮਾਂ ਦੱਸੇਗਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ BJP ਵਾਸਤੇ ਕਿਸ ਤਰ੍ਹਾਂ ਦਾ ਆਉਂਦਾ। ਔਰ ਕਿਸਾਨ ਜਥੇਬੰਦੀਆਂ ਦ੍ਰਿੜ ਇਰਾਦੇ ਦੇ ਨਾਲ ਇਹਨਾਂ ਨੂੰ ਪੂਰੇ ਇਸ ਭਾਰਤ ਦੇ ਵਿੱਚੋਂ ਜਿਹੜਾ ਇਹਨਾਂ ਦੀਆਂ ਜੜ੍ਹਾਂ ਉਖਾੜ ਦੇਣਗੀਆਂ ਔਰ ਇਹਨਾਂ ਨੂੰ ਨਾਨੀ ਸੁਪਨੇ ਯਾਦ ਕਰਾ ਦੇਣਗੀਆਂ। ਔਰ ਜਿਸ ਤਰ੍ਹਾਂ ਜਿਹੜੀ ਸੀ ਕਾਇਮ ਕੀਤੀ ਆ, ਉਹ ਅੱਗੇ ਤੁਸੀਂ ਦਿਨ ਬ ਦਿਨ ਵੇਖਦੇ ਰਹਿਣਾ ਕਿ ਅੱਗੇ ਕਿੱਧਰ ਨੂੰ ਜਾਂਦਾ ਇਹ ਕਿਸਾਨ ਸੰਘਰਸ਼, ਕਿਸ ਤਰ੍ਹਾਂ ਕਾਮਯਾਬ ਹੁੰਦਾ। ਥੈਂਕ ਯੂ ਸਸਾ ਜੀ, ਥੈਂਕ ਯੂ ਵੈਰੀ ਮਚ। ਸ਼ਮਿੰਦਰ ਜੀ, ਲਾਸਟ ਕਮੈਂਟ ਪਲੀਜ਼। ਸਮਾਂ ਵੀ ਨਹੀਂ ਆਪਣੇ ਕੋਲੇ, ਪਰ ਮੈਂ ਕਮੈਂਟਸ ਤੁਹਾਡੇ ਜ਼ਰੂਰ ਲੈਣਾ ਚਾਹਾਂਗਾ। ਜੋ ਪ੍ਰਸਥਿਤੀਆਂ ਬਣੀਆਂ, ਭਾਜਪਾ ਲਈ ਚੁਣੌਤੀ ਬਣ ਸਕਦੀ ਹੈ ਪੰਜਾਬ ਤੇ ਦੂਜੇ ਰਾਜਾਂ 'ਚ। ਲਾਸਟ ਕਮੈਂਟ।
ਇਹ ਗੱਲ ਤੁਹਾਡੀ ਬਿਲਕੁਲ ਜਗਤਾਰ ਜੀ, ਮੈਂ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ। ਜਿਹੜੀਆਂ ਪ੍ਰਸਥਿਤੀਆਂ ਬਣ ਚੁੱਕੀਆਂ ਨੇ ਦੂਜੀਆਂ ਸਟੇਟਾਂ ਦੇ ਵਿੱਚ, ਜੇ ਆਪਾਂ ਪੱਛਮੀ ਬੰਗਾਲ ਦੀ ਗੱਲ ਕੀਤੀ ਜਾਵੇ ਕਿ ਪੱਛਮੀ ਬੰਗਾਲ ਦੇ ਵਿੱਚ ਅੱਜ ਵੀ ਜਿਹੜਾ ਆਪਾਂ ਗੱਲ ਕੀਤੀ ਜਾਵੇ ਕਿਸੇ ਵੀ ਉੱਥੋਂ ਦੇ ਆਪਣਾ ਵਰਕਰ ਨਾਲ ਗੱਲ ਕੀਤੀ ਜਾਵੇ, ਕਿਸੇ ਪੋਲੀਟੀਕਲ ਪਾਰਟੀ ਨਾਲ ਗੱਲ ਕੀਤੀ ਜਾਵੇ, ਬੀਜੇਪੀ ਉੱਥੇ ਕਿਤੇ ਨੇੜੇ ਤੇੜੇ ਵੀ ਨਹੀਂ ਆ ਰਹੀ। ਜੇ ਦੂਜੀ ਗੱਲ ਕੀਤੀ ਜਾਵੇ, ਮੈਂ ਇਹ ਕਹਿਣਾ ਕਿ ਜਿਹੜੇ ਕਿਸਾਨ ਨੇ ਉਹ ਇਕੱਲੇ ਪੰਜਾਬ ਵਿੱਚ ਨਹੀਂ, ਹਰ ਇੱਕ ਸਟੇਟ ਦੇ ਵਿੱਚ ਜਿਹੜੇ ਕਿਸਾਨ ਮੇਰੇ ਵੀਰ ਬੈਠੇ ਨੇ, ਤੇ ਜਿਹੜਾ ਦਰਦ ਹੈ ਜਿਹੜਾ ਖਾਸ ਕਰਕੇ ਜਿਹੜੇ ਬਿੱਲ ਪਾਸ ਹੋਏ ਨੇ ਸਾਰੀਆਂ ਸਟੇਟਾਂ ਦੇ ਕਿਸਾਨਾਂ ਨੂੰ ਉਹ ਜਿਹੜਾ ਦਰਦ ਹੈ। ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਇਹ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਬੀਜੇਪੀ ਨੂੰ ਇਹ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ, ਤੇ ਜਿਹੜੀਆਂ ਆਉਣ ਵਾਲੀਆਂ ਜਿਹੜੇ 5 ਸਟੇਟਾਂ ਦੇ ਇਲੈਕਸ਼ਨ ਨੇ ਕਿਤੇ ਹਥਿਆਏ ਨਹੀਂ ਗਏ, ਬੀਜੇਪੀ ਨੇੜੇ ਤੇੜੇ ਵੀ ਨਹੀਂ ਰਹੇਗੀ। ਥੈਂਕ ਯੂ ਵੈਰੀ ਮਚ ਟੀਨੂ ਜੀ ਤੁਹਾਡੇ ਵੀ ਇਸੇ ਸਵਾਲ ਦੇ ਉੱਤੇ ਲਾਸਟ ਕਮੈਂਟ, ਸਮਾਂ ਵੀ ਨਹੀਂ, ਪਲੀਜ਼ 2 ਲਾਈਨਾਂ ਦਾ। ਜੋ ਭਾਜਪਾ ਨੇ ਸਥਿਤੀ ਬਣਾਤੀ ਹੈ, ਭਾਜਪਾ ਵਾਲੇ ਤਾਂ ਕਹਿ ਰਹੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਸਾਨੀ ਵਿਰੋਧ ਦਾ, ਕੀ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਿੱਦਾਂ ਸਿਰਸਾ ਜੀ ਕਹਿ ਰਹੇ ਕਿ ਅਸੀਂ ਨਾਨੀ ਚੇਤੇ ਕਰਾ ਦਿਆਂਗੇ ਭਾਜਪਾ ਨੂੰ? ਦੇਖੋ ਗੱਲ ਇਹ ਆ ਵੀ ਇਹ ਨਾ ਆਪਣੀ ਜ਼ਿੱਦ ਕਰਕੇ ਦੇਸ਼ ਨੂੰ ਬਹੁਤ ਇੱਕ ਅੱਗ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਦੇਖੋ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵੀ ਆ ਗਿਆ, ਸਾਰਾ ਦੱਸ ਕੇ ਗਏ ਸਿਰਸਾ ਸਾਹਿਬ। ਅੱਜ ਦੇਸ਼ ਦੇ ਸਮੂਹ ਕਿਸਾਨਾਂ ਦੇ ਅੰਦਰ, ਮਜ਼ਦੂਰਾਂ ਦੇ ਅੰਦਰ ਅੱਜ ਬੜਾ ਰੋਸ ਆ, ਪਰ ਉਹ ਪਰੇਸ਼ਾਨ ਇਸ ਗੱਲ ਤੋਂ ਆ ਵੀ ਅਸੀਂ ਇਹਨਾਂ ਨੂੰ 2019 ਚ ਸਰਕਾਰ ਦੇ ਬੈਠੇ ਆ ਤੇ ਹੁਣ 2024 ਤੱਕ ਸਰਕਾਰ ਹੈ ਇਹਨਾਂ ਦੀ, ਤੇ ਇਸੇ ਗੱਲ ਦਾ ਲਾਹਾ ਜਿਹੜੇ ਆ ਇਹ ਬੀਜੇਪੀ ਲੈ ਰਹੀ ਆ ਵੀ ਹੁਣ ਤਾਂ ਇਹ ਕੁਝ ਕਰ ਨਹੀਂ ਸਕਦੇ। ਹਾਂ, ਲੇਕਿਨ ਟਾਈਮ ਬੀਤ ਜਾਂਦਾ, ਇਹ ਹੁਣ ਅਸੈਂਬਲੀ ਦੀਆਂ ਚੋਣਾਂ ਆ ਰਹੀਆਂ, ਇਹਨਾਂ ਨੂੰ ਪਤਾ ਲੱਗ ਜਾਊਗਾ। ਤੇ ਇਹ ਇਹਨਾਂ ਦਾ ਜਿਹੜਾ ਸੁਪਨਾ ਆ ਸੱਚ ਨਹੀਂ ਹੁੰਦਾ ਕਦੀ ਵੀ, ਕਿਉਂਕਿ ਲੋਕ, ਦੇਸ਼ ਦੇ ਲੋਕ ਸਾਡੇ ਬੜੇ ਲੋਕਤੰਤਰਿਕ ਆ, ਇਹ ਦੇਸ਼ ਦੇ ਲੋਕ ਬੜੇ ਸੈਕੂਲਰ ਲੋਕ ਆ, ਇਹ ਹਰ ਇੱਕ ਦਾ ਸਤਿਕਾਰ ਕਰਦੇ ਆ। ਸੋ ਇਹਨਾਂ ਨੂੰ ਇਲੈਕਸ਼ਨ 'ਚ ਜਿਹੜਾ ਜਵਾਬ ਦੇਣਗੇ, ਉਸ ਤੋਂ ਪਹਿਲਾਂ ਤਾਂ ਆਮ ਲੋਕੀ ਹੁਣ ਕੁਝ ਕਰ ਹੀ ਨਹੀਂ ਸਕਦੇ, ਕਿਉਂਕਿ ਬਣ ਗਿਆ ਪ੍ਰਧਾਨ ਮੰਤਰੀ, ਸਰਕਾਰ ਬਣ ਗਈ ਇਹਨਾਂ ਦੀ। ਹੁਣ ਆਪਾਂ ਕੀ ਕਰ ਸਕਦੇ ਹਾਂ? ਸਾਰੀ ਫੌਜ, ਸਾਰੀਆਂ ਅਦਾਲਤਾਂ, ਸਾਰਾ ਸਿਸਟਮ ਇਹਨਾਂ ਦੇ ਕੰਟਰੋਲ 'ਚ ਆ। ਜੀ ਮਿਹਰਬਾਨੀ ਟੀਨੂ ਜੀ, ਇਹਨਾਂ ਮੁੱਦਿਆਂ ਤੇ ਆਉਣ ਲਈ ਟੀਨੂ ਜੀ ਤੁਹਾਡਾ, ਸ਼ਮਿੰਦਰ ਜੀ, ਸਿਰਸਾ ਸਾਹਿਬ, ਗਰੇਵਾਲ ਜੀ ਬਹੁਤ ਧੰਨਵਾਦੀ ਹੈ। ਬਹਿਸ ਦੇ ਵਿੱਚ ਜਿਸ ਮੁੱਦੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਇੱਕ ਪਾਸੇ ਕਿਸਾਨ ਜਥੇਬੰਦੀਆਂ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ, ਕੇਂਦਰ ਦੀ ਮੋਦੀ ਸਰਕਾਰ, ਕਿਸਾਨੀ ਮੁੱਦਿਆਂ ਤੇ ਅਗਰ ਹੱਲ ਨਹੀਂ ਨਿਕਲੇਗਾ ਤਾਂ ਟਕਰਾਅ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਚੁਣੌਤੀ ਆਪਣੀ ਜਗ੍ਹਾ ਤੇ ਹੈ। ਭਾਜਪਾ ਕਹਿ ਰਹੀ ਹੈ ਕਿ ਸਾਨੂੰ ਕਿਸਾਨੀ ਅੰਦੋਲਨ ਦੇ ਵਿਰੋਧ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਕਿਸਾਨ ਨੇਤਾ ਇਹ ਕਹਿ ਕੇ ਗਏ ਹੈ ਕਿ ਇਸ ਅੰਦੋਲਨ ਨੇ ਨਾਨੀ ਚੇਤੇ ਕਰਾ ਦੇਣੀ ਹੈ ਭਾਜਪਾ ਨੂੰ। ਇਸ ਦੇ ਬਾਵਜੂਦ ਵੀ ਚਾਹੇ ਪੰਜਾਬ ਦੀ ਗੱਲ ਕਰ ਲਈਏ, ਦੇਸ਼ ਦੀ ਗੱਲ ਕਰ ਲਈਏ, ਕਿਸਾਨ ਦੀ ਗੱਲ ਕਰ ਲਈਏ, ਚਾਹੇ ਸਰਕਾਰ ਦੀ ਗੱਲ ਕਰ ਲਈਏ, ਭਲਾ ਇਸੇ ਗੱਲ 'ਚ ਹੈ ਕਿ ਇਸ ਕਿਸਾਨੀ ਮੁੱਦਿਆਂ ਤੇ ਸਹਿਮਤੀ ਦੇ ਨਾਲ ਹੱਲ ਇਸ ਵੇਲੇ ਫੌਰੀ ਤੌਰ ਤੇ ਕੱਢਣ ਦੀ ਜ਼ਰੂਰਤ ਹੈ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜੋ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।